ਉਹਨਾਂ ਭੈਣਾਂ ਬੀਬੀਆਂ ਮਾਵਾਂ ਨੂੰ ਆਪਾਂ ਨੂੰ ਲੋੜ ਹੈ ਇਸ ਪਾਸੇ ਚੱਲਣ ਦੀ। ਭਾਈ ਤਾਰੂ ਸਿੰਘ ਜੀ ਪਾਸੋਂ ਉਹਨਾਂ ਦੀ ਸ਼ਹੀਦੀ ਤੋਂ ਇਹ ਸਬਕ ਲਈਏ ਔਰ ਆਪਾਂ ਸਰਵਣ ਕਰੀਏ। ਤਕਰੀਬਨ 1 ਵਜੇ ਤੱਕ ਜੋ 1 ਘੰਟੇ ਦਾ ਸਮਾਂ ਹੈ, ਇੱਕ ਮਨ ਇੱਕ ਚਿੱਤ ਹੋ ਕੇ ਜੋ ਸਾਧ ਸੰਗਤ ਹਲੇ ਲੰਗਰ ਦੇ ਵਿੱਚ ਹੈ ਉਹਨਾਂ ਨੂੰ ਬੇਨਤੀ ਹੈ ਉੱਪਰ ਆ ਜਾਓ। ਭਾਈ ਆਪੋ ਆਪਣੇ ਫੋਨ ਬੰਦ ਕਰ ਲਿਓ ਅਤੇ ਆਓ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦੇ ਚਰਨਾਂ ਵਿੱਚ ਬੜੀ ਨਮਰਤਾ ਸਹਿਤ ਬੇਨਤੀ ਹੈ ਕਿ ਜਿਨ੍ਹਾਂ ਨੇ ਗੱਲਾਂ ਕਰਨੀਆਂ ਨਾ ਥੱਲੇ ਚਲੇ ਜਾਣ, ਜਿਨ੍ਹਾਂ ਦੇ ਕੋਲ ਬੱਚੇ ਨਹੀਂ ਸੰਭਲਦੇ ਥੋੜ੍ਹੇ ਪਿੱਛੇ ਚਲੇ ਜਾਣ। ਸੋ ਦਾਸ ਬੇਨਤੀ ਕਰਦਾ ਕਿ ਜਦੋਂ ਤੱਕ ਆਪਾਂ ਕੀਰਤਨ ਕਰੀਏ ਗੁਰੂ ਮਹਾਰਾਜ ਜੀ ਦਾ ਸ਼ਬਦ ਅਤੇ ਸੁਰਤ ਦਾ ਮੇਲ ਬਣਿਆ ਰਹੇ, ਤਾਂ ਕਿ ਜਿਸ ਵੇਲੇ ਆਪਾਂ ਬਾਣੀ ਦੇ ਦਰਬਾਰ ਦੇ ਵਿੱਚ ਬੈਠੀਏ, ਇੱਥੇ ਆਪਾਂ ਸਾਡਾ ਮੇਨ ਪਰਪਸ ਗੁਰਦੁਆਰੇ ਸਾਹਿਬ ਆਉਣ ਦਾ ਇਤਨਾ ਹੈ ਕਿ ਜੀਵਨ ਵਿੱਚ ਰੱਬ ਸਾਡੇ ਵਿੱਚ ਵਸਦੇ ਨੇ ਅਤੇ ਅਸੀਂ ਰੱਬ ਨਾਲ ਵਸਣਾ ਹੈ। ਖਿਆਲ ਕਰਿਓ, ਰੱਬ ਸਾਡੇ ਵਿੱਚ ਵਸਦੇ ਨੇ ਅਤੇ ਅਸੀਂ ਰੱਬ ਜੀ ਨਾਲ ਵਸਣਾ ਹੈ। ਅਤੇ ਉਹ ਤਰੀਕਾ ਕੇਵਲ ਸ਼ਬਦ ਸੁਰਤ ਦਾ ਮੇਲ ਹੈ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਨਾ। ਖਿਆਲ ਕਰਿਓ, ਉਹ ਤਰੀਕਾ ਇੱਕੋ ਹੀ ਇੱਕ ਤਰੀਕਾ ਹੈ ਜੇ ਰੱਬ ਨਾਲ ਵਸਣਾ ਹੈ। ਨਹੀਂ ਤਾਂ ਕੀ ਹੁੰਦਾ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਆ ਜਿਤਨੀ ਤਕਲੀਫਾਂ ਸਾਡੇ ਘਰਾਂ 'ਚ ਹੁੰਦੀਆਂ ਨੇ, ਜਿਤਨੇ ਤਕਲੀਫਾਂ ਵਿੱਚ ਅਸੀਂ ਲੰਘਦੇ ਹਾਂ, ਕੇਵਲ ਇਸ ਵਾਸਤੇ ਲੰਘਦੇ ਹਾਂ ਕਿ ਅਸੀਂ ਰੱਬ ਨਾਲ ਵਸ ਨਹੀਂ ਰਹੇ। ਰੱਬ ਨਾਲ ਵਸਣ ਦਾ ਇੱਕ ਬਹੁਤ ਸੁੰਦਰ ਤਰੀਕਾ ਹੈ, ਉਹ ਆਪਾਂ ਬਾਣੀ ਤੋਂ ਸੁਣਾਂਗੇ, ਸਮਝਾਂਗੇ, ਜੋ ਕਿ ਸਾਨੂੰ ਅੱਜ ਤੱਕ ਦੁਨੀਆ 'ਚ ਸਮਝਾਇਆ ਨਹੀਂ ਜਾ ਰਿਹਾ ਕਿ ਤੁਹਾਡੇ ਵਿੱਚ ਹੀ ਰੱਬ ਵਸਦਾ ਹੈ ਅਤੇ ਤੁਸੀਂ ਰੱਬ ਨਾਲ ਵਸਣਾ ਹੈ। ਅਤੇ ਇੱਕੋ ਹੀ ਇੱਕ ਤਰੀਕਾ ਹੈ, ਉਹ ਸ਼ਬਦ ਨੂੰ ਸੁਰਤ ਦੇਣੀ। ਬਸ ਜਿਸ ਰੱਬ ਦੇ ਘਰੋਂ ਬਾਣੀ ਆਈ ਹੈ, ਉਹ ਰੱਬ ਦੇ ਘਰ ਜਾਣ ਵਾਸਤੇ ਸ਼ਬਦ ਵਿੱਚ ਸੁਰਤ ਦਿਓਗੇ ਅਤੇ ਤੁਸੀਂ ਉਸੇ ਘਰ ਵਿੱਚ ਚਲੇ ਜਾਓਗੇ ਜਿਸ ਘਰ ਵਿੱਚ ਬਾਬੇ ਨਾਨਕ ਵਸਦੇ ਸੀ, ਜਿਸ ਘਰ ਦੇ ਵਿੱਚ 10 ਪਾਤਸ਼ਾਹੀਆਂ ਵਸਦੀਆਂ ਸਨ, ਜਿਸ ਘਰ ਦੇ ਵਿੱਚ ਸ਼ਹੀਦ ਸਿੰਘ ਵਸਦੇ ਰਹੇ, ਜਿਸ ਘਰ ਦੇ ਵਿੱਚ ਜੁਗਾਂ ਜੁਗਾਂ ਤੋਂ ਭਗਤ ਵਸਦੇ ਨੇ, ਉਸ ਘਰ ਵਿੱਚ ਆਪਣਾ ਵਸਣ ਦਾ ਇੱਕ ਪਾਤ ਹੈ, ਡੈਫੀਨੇਟ ਪਾਤ ਹੈ। ਉਸ ਪਾਤ ਨੂੰ ਆਪਾਂ ਰੈਕਗਨਾਈਜ਼ ਕਰੀਏ। When that path is recognized, you know how the person expresses। ਬੰਦਾ ਕਿਵੇਂ ਬੋਲਦਾ ਹੈ? ਬੰਦਾ ਕਹਿੰਦਾ ਫਿਰ ਮੈਂ ਨਹੀਂ ਬੋਲ ਰਿਹਾ, ਰੱਬ ਬੁਲਾ ਰਿਹਾ। ਬੰਦਾ ਕਹਿੰਦਾ ਫਿਰ ਮੈਂ ਗੁਰਦੁਆਰੇ ਨਹੀਂ ਆਇਆ, ਰੱਬ ਜੀ ਲੈ ਕੇ ਆਏ। ਜਿਸ ਵੇਲੇ ਤੁਸੀਂ ਸੇਵਾ ਕਰੋਗੇ ਤੁਹਾਡਾ ਮਨ ਕਹੇਗਾ ਕਿ ਰੱਬ ਜੀ ਸੇਵਾ ਕਰਾ ਰਹੇ ਨੇ। ਜਦੋਂ ਕਿਸੇ ਦੀ ਤੁਸੀਂ ਸੇਵਾ ਕਰੋਗੇ ਤੁਹਾਡਾ ਮਨ ਕਹੇਗਾ ਮੈਂ ਰੱਬ ਜੀ ਵਾਸਤੇ ਸੇਵਾ ਕਰ ਰਿਹਾ ਅਤੇ ਰੱਬ ਜੀ ਕਰਾ ਰਹੇ ਨੇ। ਆਹ ਸ਼ਬਦ ਸੁਣਿਓ, ਤੇਰੀ ਸੇਵਾ ਤੁਝ 'ਤੇ ਹੋਵੇ, ਤੇਰੀ ਸੇਵਾ ਤੁਝ 'ਤੇ ਹੋਵੇ ਔਰ ਨਾ ਦੂਜਾ ਕਰਤਾ। ਜਿਹੜਾ ਉਸ ਦੇ ਵਿੱਚ ਕੋਈ ਖੜ ਕੇ ਬੋਲਦਾ ਨਾ ਮੈਂ ਅੱਜ ਸੇਵਾ ਕਰਕੇ ਆਇਆ, ਦੈਟ ਮੀਨਸ ਦੈਟ ਪਰਸਨ ਹਾਰਡਲੀ ਰੀਅਲਾਈਜ਼ਡ ਹੂ ਡਿਡ ਦੈਟ ਸੇਵਾ ਥਰੂ ਹਿਮ। ਧਿਆਨ ਰੱਖਣਾ, ਹੂ ਮੇਡ ਹਿਮ ਡੂ ਦੈਟ ਸੇਵਾ। ਇਸ ਗੱਲ ਨੂੰ ਵਿਚਾਰਿਓ। ਸ਼ਬਦ ਪੜ੍ਹਾਂਗੇ। ਅੱਜ ਭਾਈ ਤਾਰੂ ਸਿੰਘ ਜੀ ਦਾ ਦਿਵਸ ਹੈ, ਸ਼ਹੀਦੀ ਪੁਰਬ ਮਨਾ ਰਹੇ ਹਾਂ। ਜਿਨ੍ਹਾਂ ਨੇ ਆਪਣੇ ਕੇਸਾਂ ਨੂੰ ਸੰਭਾਲਣ ਵਾਸਤੇ, ਅੱਜ ਖਿਆਲ ਕਰਿਓ, ਜਿੰਨੇ ਸਾਡੇ ਤਕਰੀਬਨ ਗੁਰਸਿੱਖ ਨਵੇਂ ਆ ਰਹੇ ਨੇ ਜਾਂ ਪੁਰਾਣੇ ਵੀ ਆ ਗਏ, ਕੁਛ ਬਸੇ ਹੋਏ ਨੇ ਜਿਹੜੇ ਸਾਬਤ ਸੂਰਤ ਨੇ, ਵਰਨਾ ਜਹਾਜ਼ ਚੜ੍ਹਦਿਆਂ ਹੀ ਕੇਸ ਕਤਲ ਕਰਕੇ ਚੜ੍ਹਦੇ ਨੇ। ਫਿਰ ਇੱਥੇ ਬੈਠ ਕੇ ਆ ਕੇ ਲੋਕਾਂ ਨੂੰ ਆਪਣੀ ਹੋਰ ਸੂਰਤ ਦਿਖਾਉਂਦੇ ਨੇ ਐਂਡ ਦੇ ਕਾਲ ਦੈਮਸੈਲਵ ਦੈਟ ਵੀ ਆਰ ਪ੍ਰਾਊਡ ਆਫ ਬੀਇੰਗ ਅ ਸਿੱਖ। ਧਿਆਨ ਰੱਖਣਾ, ਦ ਪੀਪਲ ਫੀਲ ਕਿ these are the Sikhs, these are the only Sikhs। So I am very sorry to say this, the Sikhs are ਸਾਬਤ ਸੂਰਤ। ਧਿਆਨ ਰੱਖਣਾ, ਕਿਉਂਕਿ ਤੁਸੀਂ ਰੱਬ ਦੀ ਮੂਰਤ ਹੋ। ਇੱਕ ਗੱਲ ਯਾਦ ਸੁਣਿਓ, ਜੋ ਦੀਸੈ ਸੋ ਤੇਰਾ ਰੂਪ। ਫਿਰ ਸੁਣਿਓ, ਜੋ ਦੀਸੈ ਸੋ ਤੇਰਾ ਰੂਪ। ਇਹ ਰੱਬ ਦਾ ਰੂਪ ਹੈ। ਇਹਨੂੰ ਕੇਸਵ ਕਹਿੰਦੇ ਨੇ। ਕੀ ਕਹਿੰਦੇ ਨੇ ਜੀ? ਰੱਬ ਨੂੰ ਕੇਸਵ ਕਹਿੰਦੇ ਨੇ। ਖਿਆਲ ਰੱਖਣਾ। ਸੋ ਜਿਹੜਾ ਵੀ ਕੋਈ ਕੇਸ ਕੱਟਦਾ ਹੈ, ਕੋਈ ਕਰਦਾ ਹੈ, ਉਹ ਰੱਬ ਦੀ ਸੂਰਤ ਨੂੰ ਭੰਨਦਾ ਹੈ। ਯਾਦ ਰੱਖਣਾ, you are God। Again, I am telling you in other words,
You are definite God. The God on earth should be seen as he is. ध्यान रखना, तोही मोही, मोही तोही, अंतर कैसा, कनक कटक जल तरंग जैसा. You know what does it mean when you say that you are God? Every good thing done by any human on this earth, any good thing done by any human, irrespective of caste, creed, race, section and religion, is been done by God himself. The person has to recognize this, कि मैं नहीं करदा तैं कराया, ये मेरा कीता नहीं तेरा कीता होया. Do we say this? We being a Sikh, we don't say this. ध्यान रखना, ਅਸੀਂ ਕਦੇ ਨਹੀਂ ਬੋਲਦੇ ਅੱਛਾ ਕੰਮ ਕਰਕੇ ਮਾਲਕ ਨੇ ਕਰਾਇਆ. ਅਸੀਂ ਛਾਤੀ ਚੌੜੀ ਕਰਕੇ ਲੋਕਾਂ ਨੂੰ ਦੱਸਦੇ ਹਾਂ ਮੈਂ ਕੀਤਾ ਜੀ. You know what fun is this? ਇਹਦੇ ਨਾਲ ਕੀ ਹੁੰਦਾ ਹੈ, ਕਿੰਨਾ ਬੰਦਾ ਨੁਕਸਾਨ ਵਿੱਚ ਜਾਂਦਾ ਹੈ. Try to understand this. When you say कि you did it, जब लग जाने मुझ ते कछ होए तब इसको सुख नाही कोए. Are you getting my point? It's my guru's point. कि ਜਦੋਂ ਬੰਦਾ ਚੰਗਾ ਕੰਮ ਕਰਕੇ ਕਹਿੰਦਾ ਮੈਂ ਕੀਤਾ, let the mother say this, let the father say this, let anybody on this earth say this, कि ਮੈਂ ਕੀਤਾ, he goes into sufferings. Please try to understand this. ਆ ਤੁਸੀਂ ਹਾਰਟ ਡਿਜ਼ੀਜ਼ ਬਾਰੇ ਤਾਂ ਸੁਣ ਲਿਆ, ਜੀਵਨ ਦਾ ਡਿਜ਼ੀਜ਼ ਬਾਰੇ ਸੁਣ ਲਓ. ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ. ਧਿਆਨ ਰੱਖਣਾ, ਨਹੀਂ ਤਾਂ ਜੀਵਨ ਵਿੱਚ ਰੋਗ ਖੜੇ ਹੁੰਦੇ ਨੇ. ਉਹਨੂੰ ਜੋ ਮਰਜ਼ੀ ਹਾਰਟ ਡਿਜ਼ੀਜ਼ ਦੇ ਦਿਓ, ਜੋ ਮਰਜ਼ੀ ਬ੍ਰੇਨ ਡਿਜ਼ੀਜ਼ ਦੇ ਦਿਓ, ਟਿਊਮਰ ਦੇ ਦਿਓ, ਜੋ ਮਰਜ਼ੀ ਦੇ ਦਿਓ. These comes up when my mind tries to be egoistic, when my mind tries to recognize him, not God, कि मैं ਕੀਤਾ, ਬੰਦਾ goes into sufferings. ਮਹਾਰਾਜ ਕਹਿੰਦੇ ਜੀਵਨ ਵਿੱਚ ਆਪਣੀ ਮੈਂ ਨੂੰ ਕਿਵੇਂ ਮਿਟਾਉਣਾ ਹੈ, ਰੱਬ ਵਰਗੇ ਕਿਵੇਂ ਹੋਣਾ ਹੈ, इस प्रोसेस ਨੂੰ we'll be discussing throughout in these programs. जब हम होते, कह दो एक बार, जब हम होते तब तू नहीं, अब तू ही मैं नहीं. So we will be discussing purely on these lines कि तुसी रब हो, तोही मोही, मोही तोही, अंतर कैसा. फिर गल सुनियो, तोही मोही, मोही तोही, रब ते तुसी, तुसी ते रब, कोई अंतर नहीं है. कहते कनक कटक जल तरंग जैसा. जिमें सोने ते सोने दे जेवरात ने, ये जेवरात ने. जिमें पानी ते पानी दी लहरां ने, ये सब लहरां ने ओदियां. ध्यान रखना, जीवन विच इसनूं फील करो. Try to be like God. Like God. How you will be like God? When you shed your ego, you are God. ध्यान रखना, you are not like God, then you are God. जब हम होते तब तू नहीं, अब तू ही मैं नहीं. ख्याल रखना. Your children should say, my mother and father, I have seen God through them. And when the mother speaks anything or does anything for the children should happy to know this. It's a God who's doing everything through my mother, to my father. तू मेरा पिता, तू है मेरा माता, तू मेरा बंदप, तू मेरा भ्राता, तू मेरा राखा, सबनी थाई तां पाओ केहा काड़ा जी. सो आओ इस शब्द ਨੂੰ ਪੜਾਂਗੇ. ਆ ਪ੍ਰੋਜੈਕਟਰ ਇੱਕ ਵਾਰ ਤੁਸੀਂ ਬੰਦ ਕਰਕੇ ਫੇਰ ਚਲਾ ਦਿਓ ਜੀ, ਸੋ ਦੈਟ ਆਈ ਕੈਨ ਗੈਟ ਅ ਸਿਗਨਲ ਹੀਅਰ. ਚਲੋ ਜੀ, ਆਓ ਮਹਾਰਾਜ ਦੀ ਬਾਣੀ ਸ਼ੁਰੂ ਕਰੀਏ. ਸਾਰੇ ਇੱਕ ਵਾਰ ਕਹੋ ਵਾਹਿਗੁਰੂ ਵਾਹਿਗੁਰੂ. ਆਓ ਬੇਟਾ. ਵਾਹਿਗੁਰੂ ਪਹਿਲਾ ਮਰਨ ਕੁ
जीवन के छड़ आस ओ सबना कीरण का तो आओ हमारे पास। जिनके चोले रतड़े, 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 जिनके चोले रतड़े प्यारे कंत तिना के पास, जिनके चोले रतड़े प्यारे कंत तिना के पास, तोड़ तिना कीजे मिल जी कहो नानक की अरदास। जिनके चोले, जिनके चोले रतड़े, जिनके चोले रतड़े, जिनके चोले रतड़े, जिनके चोले रतड़े, जिनके चोले रतड़े प्यारे कंत तिना के पास, तोड़ते ना किए मिले जी कहो नानक की अरदास। जिनके चोले रतड़े, जिनके चोले रतड़े, जिनके चोले। Chola is your body. This body belongs to God. ਤੁਸੀਂ ਕਦੇ ਇਕੱਲੇ ਬੈਠ ਕੇ ਵਿਚਾਰ ਕਰੋ ਕਿ did you create a single cell in your body? Can you do it? You can't. ਧਿਆਨ ਰੱਖਣਾ। Not even a single drop of blood you can create in your body. ਤੁਸੀਂ ਆਪਣੇ ਸਰੀਰ ਵਿੱਚ ਇੱਕ ਖੂਨ ਦੀ ਬੂੰਦ ਨਹੀਂ ਬਣਾ ਸਕਦੇ। ਧਿਆਨ ਰੱਖਣਾ। Have you seen your organs so well placed? Who has done it? Do you know how to develop your nervous system? No. Do you know how to lay down your circulatory system? Never. Who does it? Who is doing it? It's the God within you who is doing it always. Even when you are sleeping, when you are slept, you are no more conscious. You have gone into deep sleep. You are sleeping there. Who is taking care of your breath? The God. When He does everything, can't you ever say thank you to Him? ਤੁਸੀਂ ਕਦੇ ਉਹਦਾ ਧੰਨਵਾਦ ਕੀਤਾ ਕਿ ਮਾਲਕ ਮੈਂ ਤਾਂ ਸੌਂ ਗਿਆ ਸੀ ਪਰ ਤੂੰ ਸਵਾਸ ਫੇਰ ਵੀ ਰੱਖੇ, ਮੈਨੂੰ ਇੱਕ ਦਿਨ ਸਵੇਰੇ ਦਿਖਾਤਾ ਹੈ ਨਾ, ਮੈਂ ਫੇਰ ਉੱਠ ਗਿਆ, ਤੁਸੀਂ ਉਠਾਤਾ ਤਾਂ ਉੱਠ ਗਿਆ, ਜੇ ਮੇਰੇ ਸਵਾਸ ਖਤਮ ਹੋ ਜਾਂਦੇ ਮੈਂ ਕਿੱਥੋਂ ਲੈਂਦਾ। ਖਿਆਲ ਕਰਿਓ, ਕਦੇ ਉੱਠ ਕੇ ਧੰਨਵਾਦ ਕੀਤਾ। ਸੋ ਕਿਉਂ ਵਿਸਰੇ ਜੇ ਜੀਵਨ ਜੀਆ, ਸੋ ਕਿਉਂ ਵਿਸਰੇ ਜੇ ਜਿਹਨ ਸਭ ਕੁਛ ਦਿਆ, ਜਿਹਨੇ ਸਾਨੂੰ ਸਭ ਕੁਛ ਦਿੱਤਾ ਹੋਵੇ ਉਹ ਕਿਉਂ ਵਿਸਰ ਜਾਂਦਾ ਹੈ। That is my ignorance of my mind. ਆਓ ਇਸ ਸ਼ਬਦ ਨੂੰ ਫੇਰ ਪੜਿਓ। ਆ ਜਿਹੜਾ ਤੁਹਾਡਾ ਸਰੀਰ ਹੈ ਇਹ ਤੁਹਾਡਾ ਨਹੀਂ ਹੈ, ਇਹ ਤੁਹਾਡਾ ਤਾਂ ਹੁੰਦਾ ਜੇ ਤੁਸੀਂ ਬਣਾਇਆ ਹੁੰਦਾ। ਧਿਆਨ ਰੱਖਣਾ। When he is doing everything for you, ਇਹ ਰੱਬ ਦਾ ਚੋਲਾ ਹੈ। ਆਖੋ ਸਤਨਾਮ। ਇਹਨੂੰ ਖਰਾਬ ਨਾ ਕਰਿਓ, ਰੋਗੀ ਨਾ ਬਣਾ ਦਿਓ। ਜਦੋਂ ਰੋਗੀ ਹੋ ਜਾਂਦਾ ਚੋਲਾ, ਆਪਣਾ ਮਨ ਕੀ ਕਹਿੰਦਾ ਤੁਸੀਂ ਕਦੇ ਖਿਆਲ ਕੀਤਾ? Did you ever met the person who is dying? ਤੁਸੀਂ ਉਹਨੂੰ ਮਿਲਿਓ ਕਦੇ? ਉਹ ਕਹੇਗਾ ਜੀ ਹੁਣ ਮੈਥੋਂ ਰਿਹਾ ਨਹੀਂ ਜਾਂਦਾ, ਰੱਬਾ ਮੈਨੂੰ ਚੱਕ ਲੈ। ਆਖੋ ਸਤਨਾਮ। ਹੈ ਨਾ, ਬੋਲਦਾ ਹੈ ਨਾ। ਜਦੋਂ ਸਰੀਰ ਰੋਗੀ ਹੋ ਜਾਏ ਨਾ, ਹਾਰਟ ਅਟੈਕ ਹੋ ਜਾਏ, ਤੁਹਾਡਾ ਅੰਦਰ ਬੰਦ ਹੋ ਜਾਣ ਸਭ ਕੁਛ, ਤੇ ਮਨ ਕਹਿੰਦਾ ਮਹਾਰਾਜ ਹੁਣ ਮੈਨੂੰ ਚੱਕ ਲਓ, ਹੁਣ ਨਹੀਂ ਰਿਹਾ ਜਾਂਦਾ। ਧਿਆਨ ਰੱਖਣਾ। ਜਿਸ ਵੇਲੇ ਬੱਚਾ ਨਹੀਂ ਨਾ ਹੁੰਦਾ, ਆਪਣੇ ਘਰਾਂ 'ਚ ਕਿਵੇਂ ਬੋਲਦੇ ਆ? ਮਹਾਰਾਜ ਇੱਕ ਔਲਾਦ ਦੇ ਦਿਓ, ਇੱਕ ਬੱਚਾ ਦੇ ਦਿਓ, ਕਿਵੇਂ ਬੋਲਦੇ ਆ ਆਪਾਂ? ਤੇ ਜਿਸ ਵੇਲੇ ਰੋਗੀ ਹੋ ਜਾਂਦਾ ਇਹ ਚੋਲਾ, ਫਿਰ ਕਹਿੰਦੇ ਮਹਾਰਾਜ ਚੱਕ ਲਓ, ਹੁਣ ਰਿਹਾ ਨਹੀਂ ਜਾਂਦਾ, ਹੈ ਨਾ। ਫਿਰ ਆਪਾਂ ਆਪਣੇ ਲੋਕਾਂ ਤੋਂ ਦੁਖੀ ਹੋ ਜਾਵਾਂਗੇ। ਬੱਚੇ ਕਹਿਣਗੇ ਮੇਰੀ ਮਾਂ ਮਰਦੀ ਕਿਉਂ ਨਹੀਂ, ਪਿਓ ਮਰਦਾ ਕਿਉਂ ਨਹੀਂ?
ਧਿਆਨ ਰੱਖਣਾ, ਇਹ ਰੋਗੀ ਹੋ ਗਿਆ, ਮੇਰੇ ਤਾਂ ਸਾਰੇ ਬੈਂਕ ਬੈਲੈਂਸ ਖਤਮ ਹੋ ਜਾਣੇ ਨੇ, ਇਹਨੂੰ ਹਸਪਤਾਲ ਦੇਣ ਤੋਂ ਪਹਿਲਾਂ ਮੈਂ ਇਹਦੀ ਇੰਸ਼ੋਰੈਂਸ ਕਰਾ ਦਿਆਂ, ਹੈ ਨਾ, ਨਹੀਂ ਤਾਂ ਮੈਂ ਕਿਤੋਂ ਦਾ ਨਹੀਂ ਰਹਾਂਗਾ, ਜੇ ਨਹੀਂ ਇੱਥੇ ਤਾਂ ਆਪਾਂ ਹਿੰਦੁਸਤਾਨ ਭੇਜ ਦਿੰਦੇ ਆ ਇਹਨੂੰ, ਹੈ ਨਾ। ਕਿਵੇਂ ਧੱਕੇ ਖਾਂਦੇ ਨੇ ਬਜ਼ੁਰਗ, ਦੇਖੋ। ਐ ਗੁਰਸਿੱਖੋ ਤੁਸੀਂ ਰੱਬ ਹੋ, ਇਹ ਤਕਲੀਫਾਂ ਕਿਉਂ ਆ ਰਹੀਆਂ ਨੇ? ਇਸ ਵਾਸਤੇ ਆ ਰਹੀਆਂ ਨੇ ਕਿਉਂਕਿ ਮੇਰਾ ਮਨ ਰੱਬ ਨੂੰ ਵਿਸਾਰ ਦਿੰਦਾ, ਤੇ ਚੋਲਾ ਜਿਹੜਾ ਹੈ ਭਇਆ ਪੁਰਾਣਾ ਚੋਲਾ, ਆ ਜਿਹੜਾ ਚੋਲਾ ਨਾ ਸਰੀਰ ਹੈ, ਇਹ ਰੋਗੀ ਹੋ ਜਾਣਾ ਹੈ। ਇਹਨੂੰ ਰੋਗੀ ਹੋਣ ਤੋਂ ਪਹਿਲਾਂ ਆਪਣੇ ਮਨ ਨੂੰ, ਰੱਬ ਨੂੰ ਥੈਂਕ ਯੂ ਕਰਨਾ ਸਿੱਖ ਲਿਓ। ਆ 10-15 ਦਿਨ ਆਪਾਂ ਜਿਹੜੇ ਵਿਚਾਰ ਕਰਨੇ ਨੇ, ਕੇਵਲ ਇਸ ਵਾਸਤੇ ਕਰਨੇ ਨੇ ਕਿ ਇਟਸ ਹੋਮ ਕਮਿੰਗ ਕਾਲ, ਕਿ ਤੁਸੀਂ ਆਪਣੇ ਮਨ ਨੂੰ ਘਰ ਕਿਵੇਂ ਲੈ ਕੇ ਆਓ। ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਕਹਿ ਦਿਓ ਆਓ ਘਰੇ। ਸਾਡਾ ਮਨ ਘਰ ਨਹੀਂ ਆਉਂਦਾ, ਬਾਹਰ ਭੱਜਦਾ, ਸੁੱਤਾ ਪਿਆ ਵੀ ਹੁੰਦਾ ਤੇ ਦੁਨੀਆ ਦਾ ਖਿਆਲ ਕਰਦਾ, ਰੱਬ ਦਾ ਖਿਆਲ ਉਦੋਂ ਵੀ ਨਹੀਂ ਆਉਂਦਾ। ਆਖੋ ਸਤਨਾਮ, ਨਹੀਂ ਆਉਂਦਾ। ਸਵੇਰੇ ਉੱਠਦਿਆਂ ਬੈੱਡ ਤੇ ਹੁੰਨੇ ਆ, ਸਾਡੀ ਜਾਗ ਖੁੱਲਦੀ ਉਦੋਂ ਹੈ ਜਦੋਂ ਮੈਂ ਕਿਸੇ ਤੋਂ ਪੈਸਾ ਲੈਣਾ ਜਾਂ ਕਿਸੇ ਨੇ ਦੇਣਾ, ਮੈਨੂੰ ਕਿਸੇ ਦੇ ਜਾਣਾ। ਮੈਨੂੰ ਕਦੇ ਖਿਆਲ ਸਵੇਰੇ ਉੱਠ ਕੇ ਨਹੀਂ ਆਇਆ ਕਿ ਮੈਂ ਨਾਮ ਜਪਣਾ ਹੈ। ਆਖੋ ਸਤਨਾਮ। ਅੱਜ ਮੈਂ ਬਾਣੀ ਪੜ੍ਹਨੀ ਹੈ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਖਿਆਲ ਰੱਖੋ, this is the condition of the present human. So come back to your place, consciousness। ਇੱਕ ਵਾਰ ਸ਼ਬਦ ਨੂੰ ਪਿਆਰ ਨਾਲ ਫੇਰ ਪੜਿਓ ਜੀ। जिनके चोले रतड़े प्यारे, कंत तिना के पास, तूड़ तिना कीजे मिले जी नानक की अरदास। जिनके चोले रतड़े, जिनके चोले रतड़े, जिनके चोले। तन माया पाया प्यारे, लीतड़ा लब रंगाए, लीतड़ा लब रंगाए। तन माया पाया प्यारे, लीतड़ा लब रंगाए, लीतड़ा लब रंगाए। मेरे कंत न भावे चोलड़ा प्यारे, मेरे कंत न भावे चोलड़ा प्यारे। क्यों तन से जय जाए, क्यों तन से जय जाए। जिनके चोले, जिनके चोले रतड़े, जिनके चोले रतड़े, जिनके चोले। ਆ ਸ਼ਬਦ, ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੰਬ ਰੰਗਾਏ। ਮੈਨੂੰ ਹੋਰ ਪੈਸਾ ਚਾਹੀਦਾ, ਹੋਰ ਪੈਸਾ ਚਾਹੀਦਾ। ਮੈਂ ਰਾਤ ਨੂੰ ਵੀ ਸੌਂਦਾ ਨਹੀਂ ਆ, ਤੇ ਦਿਨੇ ਮੈਂ ਕਿਵੇਂ ਕਿਸ਼ਤਾਂ ਭਰਾਂਗਾ। ਮੈਂ ਹੁਣ ਕਿਉਂ ਸੌਂ ਜਾ, ਹੁਣ ਤਾਂ ਮੈਂ ਜਾਗਾਂ। ਰਾਤ ਦਿਨ ਮੈਂ ਕੌਫੀਆਂ ਪੀ ਕੇ ਜਾਗਦਾ। ਧਿਆਨ ਰੱਖਣਾ, ਜੇ ਰਾਤ ਦਿਨ ਮੈਂ ਜਿਸ ਵੇਲੇ ਗੱਡੀ ਲਗਾਉਣਾ ਤੇ ਟਿਮ ਹੌਟਨ ਤੇ ਲਗਾ ਦੇਣਾ ਕਿ ਮੈਂ ਕੌਫੀ ਪੀ ਲਾਂ ਕਿ ਨੀਂਦ ਨਾ ਆ ਜਾਏ। ਖਿਆਲ ਰੱਖਿਓ, ਮਹਾਰਾਜ ਕਹਿੰਦੇ ਇੱਕ ਬਹੁਤ ਸੁੰਦਰ ਗੱਲ ਯਾਦ ਰੱਖਿਓ, ਜਦੋਂ ਤੁਸੀਂ ਕਿਤੇ ਘੱਟ ਬੈਠੇ ਰੱਬ ਨਾਲ ਰਹਿਣ ਲੱਗ ਜਾਓ, ਥਕਾਵਟ ਉਤਰਨ ਲੱਗ ਜਾਏਗੀ। ਤਾਂ ਕਿ ਅਸੀਂ ਇਸ ਗੱਲ ਨੂੰ ਵਿਚਾਰੋ ਕਿ ਰਾਤ ਨੂੰ ਸੌਂਦੇ ਉਦੋਂ ਆ, ਨੀਂਦ ਆਉਂਦੀ ਉਦੋਂ ਹੈ ਜਦੋਂ ਜੀਵਨ ਸਰੀਰ ਬਿਲਕੁਲ ਰੋਗੀ ਹੋ ਕੇ ਥੱਕ ਕੇ ਸੌਂ ਜਾਂਦਾ, ਡਿੱਗ ਪੈਂਦਾ। ਜਦੋਂ ਫਿਜ਼ੀਕਲ ਡਿੱਗ ਪੈਂਦੇ ਆ ਨਾ ਆਪਾਂ, ਤਾਂ ਸੌਂਦਿਆਂ ਨੇ ਤਾਂ ਨੀਂਦ ਨਹੀਂ ਆਉਂਦੀ। ਆਖੋ ਸਤਨਾਮ, ਨਹੀਂ ਆਉਂਦੀ। ਤੇ ਉਸ ਸਮੇਂ ਤੱਕ ਕੀ ਹੋ ਜਾਂਦਾ ਹੈ, ਸਾਡਾ ਸਾਰਾ ਨਰਵਸ ਸਿਸਟਮ ਬ੍ਰੇਕਡਾਊਨ ਹੋ ਜਾਂਦਾ ਹੈ। ਯਾਦ ਰੱਖਿਓ, ਨਰਵਸ ਸਿਸਟਮ ਬ੍ਰੇਕਡਾਊਨ ਹੋ ਜਾਂਦਾ ਹੈ। ਤੁਹਾਡੇ ਨਰਵਸ ਸਿਸਟਮ, ਤੁਹਾਡਾ ਬ੍ਰੇਨ ਕੰਟਰੋਲ ਛੱਡ ਜਾਂਦਾ ਹੈ। ਫਿਰ ਬੰਦਾ ਅੱਖ ਬੰਦ ਹੁੰਦੀ ਹੈ, ਖੋਲ੍ਹਣਾ ਵੀ ਚਾਹੁੰਦਾ ਤੇ ਖੁੱਲ੍ਹਦੀ ਨਹੀਂ ਹੈ। ਤੇ ਮਹਾਰਾਜ ਕਹਿੰਦੇ ਭਾਈ ਹੁਣ ਸਵੇਰੇ ਦੇਖੋ ਕਿਵੇਂ ਤੁਹਾਨੂੰ ਆਰਾਮ ਮਿਲੇਗਾ। ਆਰਾਮ ਤਾਂ ਮਿਲੇਗਾ ਜੇ ਰਾਤ ਨੂੰ ਤੁਸੀਂ ਅੰਦਰ ਜਾ ਕੇ ਸੌਂ ਜਾਓ ਜਿੱਥੇ ਤੁਹਾਡਾ ਰੱਬ ਵਸਦਾ ਹੈ। ਜੇ ਰੱਬ ਤੁਹਾਨੂੰ ਸਵੇਰੇ ਉੱਠਦਿਆਂ ਨੂੰ ਤੁਹਾਡਾ ਸਰੀਰ ਨਰੋਆ ਕਰਦਾ ਹੈ ਤੇ ਕਰ ਸਕਦਾ ਹੈ,
ਉਸ ਰੱਬ ਨੂੰ ਨਾਲ ਲੈ ਕੇ ਤੁਰਨਾ ਸਿੱਖ ਲਓ ਭਾਈ। ਆਖੋ ਸਤਨਾਮ। ਜੀਵਨ ਵਿੱਚ ਜਦੋਂ ਕੰਮ ਕਰੋ ਤੇ ਹਮੇਸ਼ਾ ਯਾਦ ਰੱਖ ਕੇ ਤੁਰੋ ਕਿ ਮਾਲਕ ਤੂੰ ਕਰਾਏਗਾ ਤਾਂ ਹੋਏਗਾ। ਜਦੋਂ ਕੰਮ ਹੁੰਦਾ ਹੋਵੇ ਤੇ ਕਹੋ ਮਾਲਕ ਇਹ ਤੂੰ ਕਰਾ ਰਿਹਾ ਤਾਂ ਹੋ ਰਿਹਾ। ਤੇ ਜਦੋਂ ਕੰਮ ਹੋ ਜਾਏ ਤੇ ਕਹਿਣਾ ਸਿੱਖੋ ਕਿ ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕੁਛ ਅਸਾੜਾ ਜੀਓ। ਤੇ ਕੰਮ ਹੋਣ ਤੋਂ ਬਾਅਦ ਜਦੋਂ ਲੋਕ ਪੁੱਛਣ ਤੁਹਾਨੂੰ ਕਿ ਕੀ ਕਹਿਣਾ ਕਿ ਤੁਸੀਂ ਸਰਦਾਰ ਜੀ ਬੜੇ ਕੰਮ ਕੀਤੇ, ਤੁਸੀਂ ਬਹੁਤ ਤਕੜੇ ਹੋ, ਤੇ ਉੱਥੇ ਕੀ ਕਹਿਣਾ ਜੀ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ। ਆਖੋ ਸਤਨਾਮ। ਜੇ ਲੋਕ ਕਹੇ ਨਾ ਤੁਸੀਂ ਸਰਦਾਰ ਜੀ ਬਹੁਤ ਤਕੜੇ ਹੋ ਤੇ ਇਮੀਡੀਏਟ ਮੇਰੀ ਸੁਰਤ ਇਨਵਰਟ ਹੋਵੇ, ਮੇਰੀ ਸੁਰਤ ਕਹਿ ਸਕੇ ਮੇਰੇ ਮਾਲਕ ਇਹਨਾਂ ਨੂੰ ਪਤਾ ਨਹੀਂ ਹੈ, ਇਹ ਤਾਂ ਤੂੰ ਕਰਾਉਂਦਾ ਸੀ ਤਾਂ ਹੁੰਦਾ, ਇਹ ਸਮਝਦੇ ਨੇ ਮੈਂ ਕੀਤਾ ਹੈ। ਆਖੋ ਸਤਨਾਮ। ਇਸ ਸੁਰਤ ਨੂੰ ਇਸ ਖਿਆਲ ਦੇ ਵਿੱਚ ਲੈ ਕੇ ਆਉਣਾ ਪੈਣਾ। ਜੇ ਨਹੀਂ ਕੌਨਸ਼ੀਅਸਲੀ ਤੁਸੀਂ ਕੌਨਸ਼ੀਅਸ ਹੋਏ, ਕਈ ਜਨਮ ਲੱਗ ਜਾਣੇ ਨੇ। ਆਖੋ ਸਤਨਾਮ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹੇ ਆ ਜਨਮ ਦੇ ਤੁਸੀਂ ਰੱਬ ਦੇ ਵਿੱਚ ਨਾ ਜੋੜਿਆ, ਆਪਣੇ ਘਟ ਦੇ ਵਿੱਚ ਰੱਬ ਦੇ ਨਾਲ ਸੁਰਤ ਨਾ ਜੁੜੀ, ਉਹਨੂੰ ਨਾਲ ਲੈ ਕੇ ਸਵੇਰੇ ਉੱਠ ਕੇ ਜਿਹਨੂੰ ਧਿਆਉਂਦੇ ਸੀ, ਦਿਨੇ ਕੰਮ ਕਰਦੇ, ਉਹਨੂੰ ਯਾਦ ਨਾ ਰੱਖਿਆ ਤੇ ਰੋਗੀ ਹੋ ਕੇ ਮਰ ਜਾਗੇ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਮਹਾਰਾਜ ਦੇ ਸਪਸ਼ਟ ਸ਼ਬਦ ਨੇ। ਐ ਗੁਰਸਿੱਖੋ, if you really want to come above the illness of your body of this world, your mind has to be tuned with God who is always with you. Hakho Satnam. Never try to praise yourself. It's the biggest sin on this earth. ਸਭ ਤੋਂ ਵੱਡਾ ਪਾਪ ਇਹ ਹੈ ਕਿ ਜਦੋਂ ਬੰਦਾ ਕਹਿੰਦਾ ਮੈਂ ਕੀਤਾ, ਜਿਹੜਾ ਆਪਾਂ ਸਭ ਬੋਲਦੇ ਹਾਂ ਹੈ ਨਾ, ਮੈਂ ਪਾਠ ਕੀਤਾ, ਮੈਂ ਸੇਵਾ ਕੀਤੀ, ਮੈਂ ਮਦਦ ਕੀਤੀ, ਮੈਂ ਲੋਕਾਂ ਨੂੰ ਸੰਭਾਲ ਲੈਣਾ ਹੈ ਨਾ, ਆ ਜਿਹੜਾ ਬੋਲਦਾ ਨਾ, this is the biggest sin on this earth a human can ever create. जब लग मेरी मेरी करे तब लग काज एक नहीं सरै, जब मेरी मेरी मिट जाए तब प्रभ काज सवारे आए। आखो सतनाम। पढ़ो जरा प्यार नाल फिर जी इस शब्द नूं। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਲੀਤੜਾ ਲੱਭ ਰੰਗਾਏ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਲੀਤੜਾ ਲੱਭ ਰੰਗਾਏ। ਮੇਰੇ ਕੰਤ ਨਾ ਭਾਵੇ ਝੋਲੜਾ ਪਿਆਰੇ, ਮੇਰੇ ਕੰਤ ਨਾ ਭਾਵੇ ਝੋਲੜਾ ਪਿਆਰੇ। ਕਿਉਂ ਤਨ ਸਹਿਜ ਜਾਏ, ਕੁਰਬਾਨੇ ਜਾਓ ਮਿਹਰਬਾਨਾ, ਆਓ ਕੁਰਬਾਨੇ ਜਾਓ, ਆਓ ਕੁਰਬਾਨੇ ਜਾਓ। ਜੀਵਨ ਵਿੱਚ ਘੱਟ ਬੈਠੇ ਰੱਬ ਤੋਂ ਕੁਰਬਾਨ ਹੋ ਜਾਓ। ਕੁਰਬਾਨ ਉਹਦਾ ਅਰਥ ਸਮਝਦੇ ਹੋ ਕੀ ਹੈ? ਕੁਰਬਾਨ, ਨਿਰਬਾਨ ਤੇ ਕੁਰਬਾਨ। ਆਪਣੀ ਬਾਣੀ ਨੂੰ ਰੱਬ ਤੇ ਤਿਆਗ ਦਿਓ। ਰੱਬ ਤੇ ਇਤਨਾ ਭਰੋਸਾ ਸਾਡੇ ਮਨ ਨੂੰ ਆ ਜਾਏ ਕਿ ਬੰਦੇ ਦਾ ਮਨ ਬੋਲਣੋਂ ਹਟ ਜੇ। ਧਿਆਨ ਰੱਖਣਾ, ਅਸੀਂ ਰੱਬ ਦੇ ਅੱਗੇ ਇੱਥੇ ਆ ਕੇ ਬੋਲਦੇ ਪਤਾ ਕਿਉਂ ਆ? ਕਿਉਂਕਿ ਸਾਨੂੰ ਹਾਲੇ ਰੱਬ ਤੇ ਭਰੋਸਾ ਨਹੀਂ ਆ ਰਿਹਾ ਕਿ ਵਿਨ ਬੋਲਿਆ, ਕਹਿ ਦਿਓ ਵਿਨ ਬੋਲਿਆ ਸਭ ਕੁਝ ਜਾਣਦਾ, ਸਭ ਕੁਝ ਜਾਣਦਾ। ਕਿਸ ਆਗੇ ਕੀਚੈ, ਫਿਰ ਪੜਿਓ ਜਰਾ, ਕਿਸ ਆਗੇ ਕੀਚੈ ਅਰਦਾਸ।
ਅਸੀਂ ਜਿਹੜੇ ਅਰਦਾਸ 'ਚ ਅਸੀਂ ਬੋਲਦੇ ਆ ਨਾ ਆਪਣੇ ਸ਼ਬਦ, ਉਹ that shows I don't have trust in my God. I don't know how to do ਅਰਦਾਸ even. ਮੈਨੂੰ ਅਰਦਾਸ ਕਰਨੀ ਨਹੀਂ ਆਈ। ਜੋ ਮੰਗੇ ਤੋ ਮੰਗੇ ਬੀਆ। ਜਦੋਂ ਮੈਂ ਮੰਗਿਆ ਇਸ ਦਰ ਤੇ ਖੜ ਕੇ ਵੀ ਜ਼ਹਿਰ ਮੰਗ ਲਈ। ਆਖੋ ਸਤਨਾਮ। ਦਰ ਤੇ ਖੜ ਕੇ ਵੀ ਜ਼ਹਿਰ ਮੰਗ ਰਹੇ ਹਾਂ। ਯੂ ਨੋ ਹਾਊ ਵੀ ਆਰ ਡੂਇੰਗ ਇਟ। ਕਹਿੰਦੇ ਸੁੱਖ ਸਭ ਮੰਗਦੇ ਨੇ, ਸੁੱਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਏ। ਇਜ਼ ਇਟ ਰਾਈਟ? ਸੁੱਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਏ। ਮਹਾਰਾਜ ਦੀ ਗੱਲ ਸੁਣਿਓ ਅੱਗੇ, ਕਹਿੰਦੇ ਸੁੱਖੇ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਆਖੋ ਸਤਨਾਮ। ਜਦੋਂ ਤੁਸੀਂ ਕੋਈ ਸੁੱਖ ਮੰਗੋਗੇ, ਦੁੱਖ ਉਹਦੇ ਅੱਗੇ ਖੜਾ ਹੈ। ਯਾਦ ਰੱਖਿਓ, ਜਿਹੜਾ ਮਨ ਵੱਲ ਮੁਖ ਰੱਖ ਕੇ ਗੁਰਦੁਆਰੇ ਆਉਂਦਾ, ਗੁਰੂ ਵੱਲ ਮੁਖ ਰੱਖ ਕੇ ਕਿਵੇਂ ਮੰਗਣਾ ਨਹੀਂ ਸਿੱਖਦਾ, ਉਹ ਫਿਰ ਜੋ ਮੰਗੇ ਤੋ ਮੰਗੇ ਬੀਆ। ਆਖੋ ਸਤਨਾਮ। ਜ਼ਹਿਰ ਮੰਗ ਲੈਂਦਾ ਹੈ। ਜਦੋਂ ਤੁਸੀਂ ਔਲਾਦ ਮੰਗੋਗੇ ਨਾ, ਮੇਰਾ ਮਹਾਰਾਜ ਮੈਨੂੰ ਔਲਾਦ ਨਹੀਂ ਹੈ, ਔਲਾਦ ਦਿਓ, ਮਿਲੇਗੀ, ਤੁਹਾਨੂੰ ਤਕਲੀਫ ਦੇਗੀ। ਜਦੋਂ ਤੁਸੀਂ ਕਹੋਗੇ ਨਾ ਮੇਰੇ ਕੋਲ ਪੈਸਾ ਨਹੀਂ ਹੈ, ਮਹਾਰਾਜ ਪੈਸਾ ਦਿਓ, ਮਿਲੇਗਾ। ਪਰ ਪੈਸਾ ਤੁਹਾਡੇ ਤੇ ਐਸਾ ਖਰਚ ਹੋ ਜਾਏਗਾ ਕਿ ਤੁਸੀਂ ਕਹੋਗੇ ਆਹ ਮੇਰੇ ਤੇ ਬਿਪਤਾ ਬਣ ਗਈ। ਯਾਦ ਰੱਖਣਾ, ਯਾਦ ਰੱਖਿਓ, ਜਦੋਂ ਤੁਸੀਂ ਕੋਈ ਚੀਜ਼ ਮੰਗੋਗੇ ਤੁਹਾਨੂੰ ਮਿਲੇਗਾ। ਪਰ ਮਹਾਰਾਜ ਕਹਿੰਦੇ ਜੇ ਤੁਸੀਂ ਆਹ ਮੰਗ ਲੈਂਦੇ, ਵਿਣ ਤੁਧ ਹੋਰ ਜੇ ਮੰਗਣਾ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਕਦੇ ਤੁਸੀਂ ਇੱਥੇ ਆ ਕੇ ਅਰਦਾਸ ਕਰਾਈ ਕਿ ਮੇਰਾ ਮਹਾਰਾਜ ਬੱਚੇ ਸਵੇਰੇ ਉੱਠ ਕੇ ਨਾਮ ਨਹੀਂ ਜਪਦੇ? ਅਰਦਾਸ ਕਰੋ ਸੰਗਤ ਵਿੱਚ, ਬੱਚੇ ਨਾਮ ਜਪਣ ਲੱਗ ਜਾਣ, ਮੇਰਾ ਅਖੰਡ ਪਾਠ ਕਰਾ ਦਿਓ। ਕਦੇ ਕਿਹਾ? ਕਦੇ ਕਿਹਾ ਤੁਸੀਂ ਕਿ ਲੰਗਰ ਕਰਾ ਦਿਓ ਜੀ, ਮੇਰੇ ਬੱਚੇ, ਮੇਰਾ ਮਨ ਰੱਬ ਦਾ ਨਾਮ ਨਹੀਂ ਜਪਦਾ? ਨਹੀਂ ਤਰਲਾ ਲਿਆ ਕਦੇ। ਆਖੋ ਸਤਨਾਮ। ਜਦੋਂ ਆਏ, ਕਿਉਂਕਿ ਅਸੀਂ ਬਾਣੀ ਸਮਝੀ ਨਹੀਂ, ਬਾਣੀ ਪੜ੍ਹੀ ਨਹੀਂ ਹੈ, ਜੀ ਤੋਂ ਪੜ੍ਹਾਈ ਉਹਨੇ ਸਮਝਾਈ ਨਹੀਂ। ਤੇ ਅਸੀਂ ਜਦੋਂ ਮੰਗਿਆ, ਮਹਾਰਾਜ ਮੈਨੂੰ ਗੱਡੀ ਦੇ ਦਿਓ, ਐਕਸੀਡੈਂਟ ਗੱਡੀ ਦਾ ਸਾਰਾ, ਤੁਸੀਂ ਪੈਸੇ ਸਾਰੇ ਖਪਤ ਹੋ ਜਾਣੇ ਆ ਜੀਵਨ ਵਿੱਚ। ਜਦੋਂ ਤੁਸੀਂ ਕੋਈ ਚੀਜ਼ ਮੰਗੀ, ਉਹ ਚੀਜ਼ ਤੁਹਾਡੇ ਕੋਲ ਮਿਲੇਗੀ, ਦੁੱਖਦਾਈ ਹੋ ਜਾਏਗੀ। ਯਾਦ ਰੱਖਿਓ, ਸੱਚੇ ਪਾਤਸ਼ਾਹ ਕਹਿੰਦੇ ਨੇ ਜੀਵਨ ਵਿੱਚ ਜਦੋਂ ਸੁੱਖ ਮੰਗਿਆ ਤੇ ਦੁੱਖ ਕੇ ਖੜਾ ਹੈ। ਲਰਨ ਟੂ ਬੀ ਕੌਨਸ਼ੀਅਸ। ਜਦੋਂ ਦੁੱਖ ਆਵੇ ਤੇ ਜੇ ਤਾਂ ਤੁਸੀਂ ਉਹਦੇ ਭਾਣੇ ਵਿੱਚ ਰਹਿ ਗਏ ਤਾਂ ਤੁਸੀਂ ਸਿੱਖੀ ਸਮਝ ਗਏ। ਜੇ ਦੁੱਖ ਆ ਗਿਆ ਤੇ ਤੁਸੀਂ ਭੱਜ ਗਏ, ਆਪਣੀ ਆਤਮ ਹੱਤਿਆ ਕਰ ਲਈ ਸਮਝੋ। ਆਖੋ ਸਤਨਾਮ। ਆਤਮ ਹੱਤਿਆ ਜਿਹਨੂੰ ਅਸੀਂ ਕਹਿੰਦੇ ਆ, ਇਸ ਬੰਦੇ ਨੇ ਆਪਣੇ ਆਪ ਨੂੰ ਖੁਦ ਮਾਰ ਲਿਆ। ਸੋ ਸੱਚੇ ਪਾਤਸ਼ਾਹ ਕਹਿੰਦੇ ਸੁਸਾਈਡ ਕਰ ਲੈਂਦਾ ਬੰਦਾ। ਇਸ ਗੱਲ ਨੂੰ ਸਮਝਿਓ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੇ, ਕੰਚਨ ਮਾਟੀ ਮਾਨੈ। ਕਹਿੰਦੇ ਆਪਣੇ ਬਾਣੀ ਤੋਂ ਪਹਿਲਾਂ ਕੁਰਬਾਨ ਹੋ ਜਾਓ ਕਿ ਮੇਰੀ ਬਾਣੀ ਰੱਬ ਦੀ ਬਾਣੀ ਬਣ ਜਾਏ। ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ। ਜਦੋਂ ਭਗਤ ਮੁਖੋਂ ਬੋਲਣ ਕੋਈ ਸ਼ਬਦ, ਉਹ ਪੂਰਾ ਹੋ ਜੇ। ਆਖੋ ਸਤਨਾਮ। ਉਹ ਫਿਰ ਸ਼ਬਦ ਤੁਹਾਡਾ ਨਾ ਰਹੇ। ਐਸੀ ਸਥਿਤੀ ਹੋਵੇ ਕਿ ਰੱਬ ਨੇ ਬੁਲਾਇਆ ਸੀ ਤੇ ਰੱਬ ਨੇ ਕਰਾਇਆ ਸੀ। ਆਖੋ ਸਤਨਾਮ। ਐਸੇ ਭਗਤਾਂ ਦੀ ਦਸ਼ਾ ਹੋਵੇ। ਤੁਸੀਂ ਰੱਬ ਦੇ ਭਗਤੋਂ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਸੋ ਇਸ ਸ਼ਬਦ ਨੂੰ ਘੜੋ। ਕਹਿੰਦੇ ਹਾਂ ਕੁਰਬਾਨ ਹੈ ਜਾਉ ਮਿਹਰਬਾਨਾ, ਤੂੰ ਮੇਥੇ ਮੇਰੇ ਤੇ ਮਿਹਰਬਾਨ ਹਮੇਸ਼ਾ ਰਹਿਣਾ ਮੇਰੇ ਮਾਲਕ। ਮੈਂ ਤੇਥੋਂ ਕੁਰਬਾਨ ਨਹੀਂ ਹੁੰਦਾ। ਆਖੋ ਸਤਨਾਮ। ਮੈਂ ਆਪਣੇ ਆਪ ਨੂੰ ਜਨਾ ਜਾਣਾ। ਭਗਤ ਕਰੇ ਮੂਰਖ ਆਪ ਜਨਾਵੇ। ਮੈਂ ਰੱਬ ਦੀ ਭਗਤੀ ਕਰਕੇ ਚੀਜ਼ਾਂ ਮੰਗਾਂ ਤੇ ਮੈਂ ਕਹਾਂ ਜੀ ਮੈਂ ਹੀ ਬਹੁਤ ਵੱਡਾ ਰਾਜਾ, ਮੈਂ ਧਨਾੜਾ, ਮੈਂ ਪ੍ਰਧਾਨ ਆ, ਮੈਂ ਫਲਾਣਾ, ਹੈ ਨਾ। ਤੇ ਮਹਾਰਾਜ ਕਹਿੰਦੇ ਜੀਵਨ ਵਿੱਚ ਤੁਸੀਂ ਦੁਖੀ ਹੋ ਕੇ ਚਲੇ ਜਾਓਗੇ। ਐ ਗੁਰਸਿੱਖੋ, ਇਹ ਗੁਰਸਿੱਖੋ, ਤੁਸੀਂ ਰੱਬ ਹੋ। ਰੱਬ ਰੱਬ ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ। ਕਹਿ ਦਿਓ ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਜਿਹਨੂੰ ਤੂੰ ਅੰਤਰਜਾਮੀ ਕਹਿਣਾ ਨਾ ਮੇਰੇ ਮਨਾ, ਉਹ ਤੇਰੇ ਅੰਤਰ ਦੀ ਜਾਣਦਾ ਹੈ। ਘਟ ਘਟ ਕੇ ਪਟ ਪਟ ਕੀ ਜਾਣੈ। ਆਖੋ ਸਤਨਾਮ।
ਉਹ ਜੇ ਘੱਟ ਕੀ ਜਾਣਦਾ ਹੈ, ਤੂੰ ਉਹਨੂੰ ਕੀ ਬੋਲਦਾ ਹੈ? ਤੂੰ ਉਹ ਤੋਂ ਸੁਣ। ਅਸੀਂ ਉਹਨੂੰ ਸੁਣਾਉਣੇ ਆ। ਆਖੋ ਸਤਨਾਮ। ਅਸੀਂ ਰੱਬ ਨੂੰ ਸੁਣਾਉਣੇ ਆ। ਇੱਥੇ ਆ ਕੇ ਤੁਸੀਂ ਰੱਬ ਨੂੰ ਸੁਣਾਉਣਾ ਬੰਦ ਕਰ ਦਿਓ ਕਿ ਮੇਰੇ ਮਾਲਕ ਤੂੰ ਮੇਰੀ ਜਾਣਦਾ ਹੈ, ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਜਦੋਂ ਤੁਸੀਂ ਅਰਦਾਸ ਕਰਨੀ ਹੈ ਤੇ ਇਹ ਕਰਨੀ ਹੈ ਕਿ ਮਹਾਰਾਜ ਜਦੋਂ ਤੂੰ ਮੇਰੇ ਅੰਦਰੋਂ ਚੰਗਾ ਕੰਮ ਕਰਾਵੇਂ ਤੇ ਮੇਰਾ ਮਨ ਤੈਨੂੰ ਯਾਦ ਕਰ ਸਕੇ ਤੇ ਆਪਣੇ ਆਪ ਨੂੰ ਨਾ ਜਨਾ ਜੇ। ਆਖੋ ਸਤਨਾਮ। ਮਹਾਰਾਜ ਕਹਿੰਦੇ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ। ਕਹਿ ਦਿਓ ਗੁਣ ਗਾਵਾਂ। ਦਿਨ ਰਾਤ ਦਾ ਅਰਥ ਸਮਝਦੇ ਹੋ? ਹਮੇਸ਼ਾ ਹਮੇਸ਼ਾ ਜਦੋਂ ਚੰਗਾ ਕੰਮ ਕਰੋ ਤਾਂ ਕਹਿ ਦਿਓ ਕਿ ਮਾਲਕ ਤੂੰ ਗਾ ਰਿਹਾ, ਤੂੰ ਕਰ ਰਿਹਾ, ਤੇਰਾ ਕੀਤਾ ਹੋਇਆ। ਕਦੇ ਭੁੱਲ ਕੇ ਕਿਸੇ ਨੂੰ ਟੈਲੀਫੋਨ ਕਰਕੇ ਨਾ ਦੱਸਿਓ ਮੈਂ ਕੀਤਾ ਸੀ। ਆਖੋ ਸਤਨਾਮ। ਕਿਸੇ ਨੂੰ ਇਨਫੋਰਮ ਨਾ ਕਰਿਓ it was me who has done this good. Don't say this to anyone on this earth. ਜਦੋਂ ਤੁਸੀਂ ਤੁਹਾਤੋਂ ਮਾੜਾ ਹੋ ਜਾਏ ਕਦੇ ਨਾ ਕਹਿ ਦਿਓ ਮੇਰੇ ਮਾਰ ਕੇ ਤੂੰ ਕੀ ਕਰਤਾ। ਮਹਾਰਾਜ ਕਹਿੰਦੇ ਭਾਈ ਜਿਹਾ ਬੀਜੈ ਸੋਲ ਉਹਨੇ ਕਰਮਾ ਸੰਦੜਾ ਖੇਤ। ਜਦੋਂ ਮਾੜਾ ਹੋ ਜਾਏ ਤੇ ਦੁੱਖ ਆਉਣਾ ਹੀ ਆਉਣਾ ਹੈ। ਮਹਾਰਾਜ ਕਹਿੰਦੇ ਜੀਵਨ ਵਿੱਚ ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਓ, ਹੈ ਨਾ। ਜੀਵਨ ਵਿੱਚ ਜਦੋਂ ਮਾੜਾ ਹੋ ਜਾਏ ਤੇ ਦੁੱਖ ਆਵੇ ਤੇ ਕਹਿਣਾ ਸ਼ੁਕਰ ਹੈ ਮਾਲਕ, ਕੀਤੀਆ ਦੁੱਖ ਭੂਖ ਸਦ ਮਾਰ, ਇਹ ਪੀ ਦਾਤ। ਕਹਿੰਦੇ ਇਹ ਪੀ ਦਾਤ, ਇਹ ਕਿਹਾ ਨਹੀਂ ਜਾਂਦਾ। ਆਖੋ ਸਤਨਾਮ। ਹੈ ਨਾ। ਜਦੋਂ ਦੁੱਖ ਆਵੇ ਤਾਂ ਕਦੇ ਕਿਹਾ ਮਹਾਰਾਜ ਤੂੰ ਬੜੀ ਦਾਤ ਦਿੱਤੀ ਮੈਨੂੰ, ਬੜੀ ਕਿਰਪਾ ਕੀਤੀ? ਨਹੀਂ ਕਿਹਾ। ਕਹਿਣਾ ਸਿੱਖੋ। ਜੇ ਜੀਵਨ 'ਚ ਦੁੱਖ ਆ ਜਾਏ ਰੱਬ ਦਾ ਸ਼ੁਕਰ ਕਰੋ ਕਿ ਮਹਾਰਾਜ ਦੁੱਖ ਦਾਰੂ ਸੁਖ ਰੋਗ ਪਿਆ। ਮੇਰੇ ਮਾਲਕ ਜਦੋਂ ਮੈਂ ਸੁਖੀ ਸੀ ਤੇ ਮੈਨੂੰ ਯਾਦ ਨਹੀਂ ਆਉਂਦਾ ਸੀ ਤੂੰ, ਹੁਣ ਦੁੱਖ ਆਇਆ ਤੇ ਤੇਰਾ ਭੁੱਲ ਧਿਆਨ ਵਿਸਰਦਾ ਨਹੀਂ ਹੁਣ। ਆਖੋ ਸਤਨਾਮ। ਇਹ ਜੀਵਨ 'ਚ ਦੁੱਖ ਬਹੁਤ ਜ਼ਰੂਰੀ ਨੇ। ਜੇ ਦੁੱਖ ਨਾ ਆਵੇ ਤੇ ਮੇਰਾ ਮਨ ਵਿਗੜ ਜਾਏ, ਮੇਰਾ ਮਨ ਰੂਪੀ ਬੱਚਾ ਹੋਰ ਵਿਗੜ ਜਾਏ। ਜਦੋਂ ਦੁੱਖ ਆਉਂਦੇ ਨੇ ਤੇ ਮਨ ਫਿਰ ਵੀ ਰੱਬ ਦੇ ਦਰ ਤੇ ਆ ਕੇ ਖੜਾ ਹੋ ਜਾਂਦਾ। ਕਹਿੰਦੇ ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੋਂ ਮਾਤ ਪਿਤਾ। ਉਸ ਵੇਲੇ ਬੋਲਦਾ ਹੈ। ਆਖੋ ਸਤਨਾਮ। ਐ ਗੁਰਸਿੱਖੋ ਕਾਮ ਪਰੇ ਹਰ ਸਿਮਰੀਏ, ਐਸਾ ਸਿਮਰੋ ਨਿਤ। ਜਦੋਂ ਮੁਸ਼ਕਲ ਪੈਂਦੀ ਹੈ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ। ਜੇ ਸਵੇਰੇ ਉੱਠ ਕੇ ਨਿਤ ਯਾਦ ਕਰੋ ਤੇ ਤੁਹਾਨੂੰ ਕੰਮ ਕਰਦਿਆਂ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਤੁਹਾਨੂੰ ਕਦੇ ਤਕਲੀਫ ਨਾ ਆਵੇ। ਆਖੋ ਸਤਨਾਮ। ਪੜੋ ਜ਼ਰਾ ਪਿਆਰ ਨਾਲ ਜੀ। ਹਾਂ ਕੁਰਬਾਨੇ ਜਾਉ ਮਿਹਰਬਾਨਾ, ਹਾਂ ਕੁਰਬਾਨੇ ਜਾਉ, ਹਾਂ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ। ਪੜੋ ਜ਼ਰਾ ਪਿਆਰ ਨਾਲ ਜੀ। ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ ਤਿਨਾ ਕੇ, ਹਾਂ ਕੁਰਬਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ। ਜਿਨਕੇ ਚੋਲੇ ਰਤੜੇ, ਜਿਨਕੇ ਚੋਲੇ ਰਤੜੇ, ਜਿਨਕੇ ਚੋਲੇ ਪਿਆਰੇ ਪਾਈਏ ਨਾਮ ਜੀਠ, ਪਾਈਏ ਨਾਮ ਜੀਠ। ਕਾਇਆ ਰੰਗਣ ਜੇਠੀਏ ਪਿਆਰੇ, ਪਾਈਏ ਨਾਮ ਜੀਠ, ਪਾਈਏ ਨਾਮ ਜੀਠ। ਰੰਗਣ ਵਾਲਾ ਜੇ ਰੰਗ ਸਾਹਿਬ, ਰੰਗਣ ਵਾਲਾ ਜੇ ਰੰਗ ਸਾਹਿਬ, ਐਸਾ ਰੰਗ ਨਾ ਢੀਠ,
ਜੀਵਨ ਵਿੱਚ ਇਹ ਜੇ ਕਾਇਆ ਜੋ ਬੋਡੀ ਇਹ ਰੱਬ ਰੰਗ ਜੇ ਨਾ, ਮਹਾਰਾਜ ਕਹਿੰਦੇ ਤਾਂ ਰੰਗਿਆ ਜਾਂਦਾ ਜਦੋਂ ਰੱਬ ਦਾ ਨਾਮ ਮਜੀਠ ਇਹਨੂੰ ਪ੍ਰਾਪਤ ਹੋ ਜੇ। ਆਖੋ ਸਤਨਾਮ। ਸਵੇਰੇ ਉੱਠ ਕੇ ਆਪਣੇ ਰੱਬ ਨੂੰ ਯਾਦ ਰੱਖੋ ਜੀ। ਤੂੰ ਕਰਕੇ ਵੀ ਰੱਬ ਨੂੰ ਯਾਦ ਕੀਤਾ ਜਾਂਦਾ ਹੈ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੇਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਿਹੜਾ ਮੈਂ ਬੋਲਦਾ ਨਾ, ਮੈਂ ਤਾਂ ਬੋਲਦਾ ਕਿਉਂਕਿ ਤੂੰ ਬੁਲਾਉਣਾ। ਆਦੇ ਤੂੰ ਸ਼ਬਦ ਸੁਣਿਓ ਜ਼ਰਾ ਇੱਕ ਵਾਰ ਸਾਰੇ ਬੋਲੋ ਜੀ। ਮੈਂ ਬੋਲਿਓ, ਚਿੰਤਾ ਨਾ ਕਰ, ਬੋਲੋ ਜੀ। ਮੈਂ ਤਾਂ ਸਵਾਸ ਲੈਣਾ ਕਿਉਂਕਿ ਤੂੰ ਦੇਣਾ। ਗੱਲ ਸਮਝ ਆ ਰਹੀ ਹੈ ਜੀ? ਇਹਨੂੰ ਤੂੰ ਬੋਲਿਓ ਜ਼ਰਾ, ਬੋਲੋ ਜੀ। ਮੈਂ ਤਾਂ ਬੋਲਦਾ ਕਿਉਂਕਿ ਤੂੰ ਬੁਲਾਉਣਾ। ਜਦੋਂ ਤੁਹਾਡਾ ਬੋਲ ਉੱਥੇ ਆ ਜਾਏ ਜਿੱਥੋਂ ਤੁਹਾਨੂੰ ਬੁਲਾਇਆ ਜਾ ਰਿਹਾ ਹੈ ਤੇ ਤੁਸੀਂ ਉੱਥੇ ਬੋਲਣ ਲੱਗ ਜਾਓ ਤੇ ਤੁਹਾਡਾ ਜੀਵਨ ਵਿੱਚ ਤੁਸੀਂ ਅਨਹਦ ਸ਼ਬਦ ਨੂੰ ਬੋਲਣ ਲੱਗ ਗਏ। ਤੁਸੀਂ ਮੈਂ ਕਰਨੀ ਤੁਹਾਡੇ ਮੈਂ ਤੋਂ ਛੁੱਟੇਗੀ ਤੇ ਤੂੰ ਕਰਨ ਦੀ ਅਵਸਥਾ ਸਾਡੀ ਮੈਂ ਵਿੱਚ ਡਿਵੈਲਪ ਹੋਏਗੀ। ਹਾਲੇ ਸਾਡਾ ਮਨ ਜਦੋਂ ਤੂੰ ਕਰਾਉਂਦਾ ਤੇ ਕਹਿੰਦਾ ਜੀ ਮੈਂ ਕਰਦਾ, ਇਹ ਔਖਾ ਹੋਣ ਵਾਲੀ ਗੱਲ ਹੈ। ਆਖੋ ਸਤਨਾਮ। ਸੌਖੇ ਹੋਣ ਵਾਲੀ ਗੱਲ ਪਤਾ ਕੀ ਹੈ? ਕਿ ਮੇਰਾ ਮਨ ਕਹੇ ਮੈਂ ਤਾਂ ਬੋਲਦਾ ਕਿਉਂਕਿ ਤੂੰ ਬੁਲਾਉਣਾ ਹੈ। ਉੱਥੇ ਬੋਲੋ, ਬੋਲੋ ਜੀ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋ ਹਉ ਪਾਈ, ਸੋਈ ਹਉ ਪਾਈ। ਉੱਥੇ ਤੂੰ ਕਰਨ ਲੱਗ ਜਾਓ। ਬਾਣੀ ਰਾਹੀਂ ਘੱਟ ਬੈਠੇ ਰੱਬ ਨੂੰ ਬੋਲਣ ਲੱਗ ਜਾਓ। ਕੰਮ ਕਰਦਿਆਂ ਤੂੰ ਕਰਾਉਣਾ, ਤੇਰਾ ਕੀਤਾ ਹੋਇਆ ਕਹੋ। ਜਦੋਂ ਕੋਈ ਤੁਹਾਡੇ ਵਾਸਤੇ ਚੰਗਾ ਕੰਮ ਕਰੇ ਤੇ ਕਹੋ ਤੂੰ ਕਰਦਾ, ਤੇ ਤੇਥੋਂ ਬਿਨਾਂ ਕੋਈ ਦੂਜਾ ਨਹੀਂ ਇਹ ਕਰ ਸਕਦਾ। ਆਖੋ ਸਤਨਾਮ। ਤੁਝ ਬਿਨ ਦੂਜਾ ਨਹੀਂ ਕੋਈ, ਤੂੰ ਕਰਤਾਰ ਕਰੇ ਸੋ ਹੋਏ। ਐਸਾ ਬੋਲਣਾ ਸਿੱਖੋ ਘੱਟ ਬੈਠੇ ਰੱਬ ਨੂੰ। ਜਿਤਨਾ ਮਨ ਆਏ ਕਨਸੈਂਟਰੇਟ ਅੰਦਰ ਫੋਕਸ ਕਰੇਗਾ। ਜਿੱਥੇ ਤੁਸੀਂ ਰਾਤ ਨੂੰ ਸੌਂ ਕੇ ਆਰਾਮ ਕਰਦੇ ਸੀ ਤੇ ਤੁਹਾਡਾ ਸਰੀਰ ਤੰਦਰੁਸਤ ਹੁੰਦਾ ਸੀ ਨਾ, ਆਏ ਕੰਮ ਕਰਦਿਆਂ ਤੂੰ ਕਰਦਿਆਂ ਤੁਹਾਡਾ ਸਰੀਰ ਤੰਦਰੁਸਤ ਰਹੇਗਾ। ਸਦਾ ਰਹੇ ਕੰਚਨ ਸੀ ਕਾਇਆ, ਕਾਲ ਨਾ ਕਬਹੂ ਵਿਆਪੈ। ਸੋ ਆਓ ਮਹਾਰਾਜ ਕਹਿੰਦੇ ਕਾਇਆ ਰੰਗਨ ਜੇ ਥੀਏ ਪਿਆਰੇ ਪਾਈਏ, ਨੌ ਮਜੀਠ ਰੰਗਨ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਜੀਠ। जिनके महाराज कहते जिनके चोले रतड़े प्यारे, कंतना के पास कहते आपे साजे आपे रंगे आपे नदर करे। जिन्हें थानू पैदा किया ना जी, उन्हें ही तुहानू आप रंगना है। ओदे कीते ने ओदा कीता कहा ही ये शरीर तंदुरुस्त रहना है, नहीं तो रोगी होके ढिला होके जरा रोग में जाके मर जाएगा। आखो सतनाम। ध्यान रखना। पढ़ो जरा एक बार इस शब्द को आखिर ले लेना जी। आपे साजे आपे रंगे आपे नदर करे, आपे नदर करे। आपे साजे आपे रंगे आपे नदर करे, आपे नदर करे। नानक कामड़ करते भावे, नानक कामड़ करते भावे, आपे ही रावे, जिनके चोले रतड़े, जिनके चोले रतड़े, जिनके चोले रतड़े, जिनके चोले रतड़े, जिनके चोले रतड़े प्यारे, कंत तिला के पास ढूंढते ना कीजे मिले जी, कहो नानक की अरदास। जिनके चोले रतड़े, 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 जिनके चोले रतड़े। सो गुर सिखो, आ गुर सिखो। You know what gur means? The method,
ਦ ਟੈਕਨੀਕ, ਦ ਵਿਧੀ, ਢੰਗ, ਤਰੀਕਾ ਜੋ ਗੁਰੂ ਦੱਸਦੇ ਨੇ ਫॉर ਆਲ ਆਫ ਅਸ। ਆਖੋ ਸਤਨਾਮ। ਆਪਣੇ ਮਨ ਨੂੰ ਉਸ ਆਵਾਜ਼ ਦੇ ਨਾਲ ਮਿਲਾਇਆ ਕਰੋ ਜਿਹੜੀ ਰੱਬ ਦੀ ਆਵਾਜ਼ ਹੈ। ਕਹਿੰਦੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਿਆਂ ਡਿਠਿਆਂ। ਜਦੋਂ ਤੁਹਾਡੇ ਲੋਕ ਦਰਸ਼ਨ ਕਰਨ ਨਾ ਤੁਹਾਡੇ, ਤੇ ਉਹਨਾਂ ਨੂੰ ਆਪਣਾ ਰੱਬ ਚੇਤੇ ਆ ਜੇ। ਭਾਈ ਆਖੋ ਸਤਨਾਮ। ਪੜੋ ਜਰਾ ਇਸ ਸ਼ਬਦ ਨੂੰ ਪਿਆਰ ਨਾਲ ਜੀ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ। ਮਨ ਕੀ ਕੱਟੀਏ ਮੈਲ ਸਾਧ ਸੰਗ ਉਠਿਆ। ਮਨ ਕੀ ਕੱਟੀਏ ਮੈਲ ਸਾਧ ਸੰਗ ਉਠਿਆ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ। ਮਨ ਕੀ ਕੱਟੀਏ ਮੈਲ ਸਾਧ ਸੰਗ ਉਠਿਆ। ਮਨ ਕੀ ਕੱਟੀਏ ਸਾਧ ਸੰਗ ਉਠਿਆ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ। ਜਨਮ ਮਰਨ ਕੋ ਕੱਟੀਏ ਜਨ ਕਾ ਸ਼ਬਦ ਜਪ। ਜਨਮ ਮਰਨ ਕੋ ਕੱਟੀਏ ਜਨ ਕਾ ਸ਼ਬਦ ਜਪ। ਬੰਧਨ ਖੋਲਨ ਸੰਤ ਦੁਖ ਸਭ ਜਾਹੇ ਛਪ। ਬੰਧਨ ਖੋਲਨ ਸੰਤ ਦੁਖ ਸਭ ਜਾਹੇ ਛਪ। ਮਨ ਕੀ ਕੱਟੀਏ ਮੈਲ ਸਾਧ ਸੰਗ ਉਠਿਆ। ਮਨ ਕੀ ਕੱਟੀਏ ਮੈਲ ਸਾਧ ਸੰਗ ਉਠਿਆ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ। ਜੀਵਨ ਵਿੱਚ ਜਨਮ ਤੇ ਮਰਨ ਦੋਨੋਂ ਜਨਮ ਲੈਣ ਤੋਂ ਬਾਅਦ ਖਤਮ ਹੋ ਜਾਣ। ਧਿਆਨ ਰੱਖਣਾ। ਮਹਾਰਾਜ ਕਹਿੰਦੇ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ। ਇਸ ਗੱਲ ਨੂੰ ਯਾਦ ਰੱਖਣਾ, ਜਿਹਨੇ ਵੀ ਜਨਮ ਲਿਆ ਹੈ ਉਹਦਾ ਆਵਾਗਮਨ ਖਤਮ ਹੋ ਜਾਏ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ। ਅਗਨ ਦਹੇ ਅਰ ਗਰਭ ਬਸੇਰਾ। ਕਿ ਮੇਰੇ ਮਾਲਕ ਮੇਰਾ ਮੁੜ ਕੇ ਸਰੀਰ ਫੁਕੇ ਨਾ। ਆ ਸਰੀਰ ਜਿਹੜਾ ਗਿਆ ਗਿਆ। ਕਿ ਮੇਰਾ ਹੁਣ ਅਗਲਾ ਜਨਮ ਤੇ ਮਰਨ ਨਾ ਹੋਵੇ। ਆਖੋ ਸਤਨਾਮ। ਜੋ ਜਨਮੇਗਾ ਉਹ ਮਰੇਗਾ। ਜੋ ਜਨਮੇਗਾ ਉਹਨੂੰ ਮੌਤ ਆਉਣੀ ਆਉਣੀ ਹੈ। ਮਹਾਰਾਜ ਕਹਿੰਦੇ ਹਨ ਭਾਈ ਸਾਡੇ ਜੀਵਨ ਵਿੱਚ ਇਸ ਗੱਲ ਨੂੰ ਸਮਝ ਨਹੀਂ ਆ ਰਹੀ ਕਿ ਮੁੜ ਕੇ ਮੈਂ ਜਨਮ ਨਹੀਂ ਲੈਣਾ। ਤੁਹਾਨੂੰ ਪਤਾ ਆ ਜਿਹੜੇ ਤੁਹਾਡੇ ਬੱਚੇ ਨੇ ਤੁਹਾਡੇ ਬੱਚੇ ਨਹੀਂ ਹਨ। ਤੁਹਾਨੂੰ ਪਤਾ ਹੈ। ਹੁਣ ਖਿਆਲ ਕਰੋ ਜੇ ਮੈਂ ਮਰ ਜਾ ਮੇਰਾ ਉਧਾਰ ਨਾ ਹੋਵੇ, ਮੈਨੂੰ ਫਿਰ ਜਨਮ ਲੈਣਾ ਪੈ ਜੇ। ਮਨਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਜੇ ਮੈਂ ਮਰ ਗਿਆ ਮੇਰਾ ਉਧਾਰ ਨਾ ਹੋਵੇ, ਮੈਂ ਨਾਮ ਨਾ ਜਪਾਂ ਤੇ ਮੈਂ ਰੋਗੀ ਹੋ ਕੇ ਆਪਣੇ ਆਪ ਨੂੰ ਜਨਾਉਂਦਾ ਰਹਾਂ ਤੇ ਮੇਰੀ ਮੌਤ ਹੋ ਜਾਏ, what will happen to me? I have to take another ਜਨਮ। ਤੇ ਮਹਾਰਾਜ ਕਹਿੰਦੇ ਉਹ ਜਨਮ ਮੇਰਾ ਹੋਊਗਾ ਮੇਰੇ ਕਰਮਾਂ ਦੇ ਆਧਾਰ ਦੇ ਉੱਤੇ। ਤੇ ਜਿਸ ਵੇਲੇ ਮੇਰਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾਲ ਇਹ ਦੇਹ ਸੰਜਰੀਆ। ਮੈਂ ਕਈ ਜਨਮਾਂ ਦਾ ਐਸੇ ਜਨਮ ਲੈਂਦਾ ਆ ਰਿਹਾ। ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, केते गुर चेले हुए। मैं कई बार कईयां दा बाप बनया, कईयां दा मैं चेला बनया, कईयां दा बच्चा बनया। मैं कई जन्म हुण मेरा जन्म होऊगा, मेरे बच्चों के अगे जाके मैं बच्चा बन के पैदा होऊंगा। खो सतनाम। यही होऊगा ना मेरा जी हाल। ख्याल करियो
if once I die and I don't emancipate, if I don't get mukti, what will happen to me? I have to take another birth, and that birth will be in my children's kay home. आखो सतना पता नहीं किथे जन्म होना मेरा। ऐ गुरसिखो कदे ख्याल किया तुसी जिस वेले बच्चा पैदा होंदा कि मेरे ऐ लगदा दादी आ गई, ऐ लगदा मेरा नाना आ गया, मेरा प्यो आ गया, लगदा है? जीवन विच लगदा नहीं हुंदा है। याद रखियो सतगुर सच्चे पातशाह कहंदे ने आ जेड़े तुसी बच्चे बच्चे जिन्हों कहने हो ये बच्चे बच्चे नहीं हन, ये तुहाडे बजुर्ग ने, अपने बजुर्ग ने ਜਿਹੜੇ ਆਪਣੇ ਘਰ ਵਿੱਚ ਜਿਵੇਂ ਆਪਾਂ ਜਨਮ ਲਿਆ ਮੁਕਤੀ ਲੈਣ ਵਾਸਤੇ, ਜੇ ਮੁਕਤੀ ਨਾ ਹੋਈ ਤੇ ਆਪਣਾ ਜਨਮ ਫਿਰ ਇਹਨਾਂ ਬੱਚਿਆਂ ਦੇ ਘਰ 'ਚ ਹੋਣਾ ਹੈ। ਯਾਦ ਰੱਖਿਓ ਸੱਚੇ ਪਾਤਸ਼ਾਹ ਕਹਿੰਦੇ ਮਨਮੁਖਾਂ ਨੂੰ ਫਿਰ ਜਨਮ ਹੈ, ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ। ਆਖੋ ਸਤਨਾਮ। ਐ ਗੁਰਸਿੱਖੋ nobody is making us aware of this। ਧਿਆਨ ਰੱਖਣਾ, ਅਸੀਂ ਪ੍ਰਸ਼ਾਦ ਛਕਦੇ ਹਾਂ, ਲੰਗਰ ਛਕਦੇ ਘਰ ਨੂੰ ਚਲੇ ਜਾਂਦੇ ਹਾਂ, ਅਸੀਂ ਬਾਣੀ ਦਾ ਭੋਜਨ ਪ੍ਰਾਪਤ ਹੀ ਨਹੀਂ ਕਰ ਰਹੇ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਜਿਵੇਂ ਤੁਸੀਂ ਪ੍ਰਸ਼ਾਦਾ ਛਕਿਆ ਸੀ ਨਾ, ਤੇ ਕਦੇ ਬੈਠ ਕੇ ਬਾਣੀ ਐ ਸੁਣ ਲਓ, ਬਾਣੀ ਨੂੰ ਪੜ੍ਹ ਕੇ ਮੰਨ ਲਓ। ਮਹਾਰਾਜ ਕਹਿੰਦੇ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਵ ਵੇਲਾ ਮੁਖ ਪਾਵੋ। ਸਵੇਰੇ ਉੱਠ ਕੇ ਕਹੋ ਮਨ ਮੇਰੇ ਮਨਾ ਰੱਬ ਨੂੰ ਯਾਦ ਕਰ ਲੈ, ਨਹੀਂ ਤਾਂ ਤੂੰ ਰੋਟੀਆਂ ਖਾ ਖਾ ਕੇ ਆਫਰ ਕੇ ਹੀ ਮਰ ਜਾਏਗਾ। ਪੇਟ ਭਰਿਓ ਪਸ਼ੂਆਂ ਜਿਉ ਸੋਇਓ, ਮਾਨੁਖ ਜਨਮ ਹੈ ਹਾਰਿਓ। ਆਰ ਯੂ ਗੈਟਿੰਗ ਮਾਈ ਪੁਆਇੰਟ? ਰੋਟੀ ਖਾਣ ਨਾਲ ਬੰਦਾ ਜਿਉਂਦਾ ਨਹੀਂ ਹੈ। ਮਹਾਰਾਜ ਕਹਿੰਦੇ ਜੇ ਜੀਵੇ ਪਤ ਲੱਥੀ ਜਾਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। You know what I'm saying? My Guru saying ਕਿ ਜੇ ਮੈਂ ਖਾ ਪੀ ਕੇ ਰੋਟੀਆਂ ਖਾ ਕੇ ਇੱਥੋਂ ਘਰਾਂ ਨੂੰ ਵੀ ਲੈ ਜਾ ਤੇ ਮੈਂ ਪਾਠ ਦਾ ਇੱਕ ਤਿਨਕਾ ਅੰਦਰ ਨਾ ਵਸਾਵਾਂ, ਮੈਂ ਬਾਣੀ ਨਾ ਪੜਾਂ ਬੈਠ ਕੇ, the way I enjoy my food down in the kitchen in langar, I never enjoyed that food of my Gurbani when I'm in darbar। ਅਸੀਂ ਕਦੇ ਬੈਠ ਕੇ ਬੱਚਿਆਂ ਨੂੰ ਕਿਹਾ ਨਹੀਂ ਬੇਟਾ ਚਲੋ ਆਪਾਂ ਗੁਰੂ ਮਹਾਰਾਜ ਦੀ ਬਾਣੀ ਸੁਣੀਏ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨਲਾਲਚ, ਬਿਰਥਾ ਜਨਮ ਪ੍ਰਾਨੀ। ਆਖੋ ਸਤਨਾਮ। ਐ ਗੁਰਸਿੱਖੋ ਇੱਕ ਵਾਰ ਕਹੋ ਵਾਹਿਗੁਰੂ, ਫੇਰ ਕਹਿ ਦਿਓ ਵਾਹਿਗੁਰੂ, ਇੱਕ ਵਾਰ ਤਾਂ ਕਹਿ ਦਿਓ ਦਿਲੋਂ, ਤੇ ਕਹਿ ਕੇ ਕਦੇ ਨਾ ਕਹਿਓ ਮੈਂ ਕਿਹਾ ਸੀ, ਕਹਿ ਦਿਓ ਮਾਲਕ ਤੈਂ ਕਹਾਇਆ ਸੀ ਤਾਂ ਮੈਂ ਕਹਿ ਪਾਇਆ। ਆਖੋ ਸਤਨਾਮ। ਹੈ ਨਾ, ਐਸੀ ਗੱਲ ਸੁਣੋ। ਜੇ ਜੀਵਨ ਵਿੱਚ ਮਹਾਰਾਜ ਕਹਿੰਦੇ ਬਾਣੀ ਨਾ ਪੜ੍ਹੀ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਆਖੋ ਸਤਨਾਮ। ਪਤਾ ਰੋਗੀ ਕਿਵੇਂ ਵਿਲਾਉਂਦੇ ਨੇ? ਕਹਿੰਦੇ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ, ਜਿਉ ਮੱਥਨ ਮਾਧਾਨੀਆਂ ਤਿਉ ਮੱਥੇ ਧਰਮ ਰਾਏ। ਆਖੋ ਸਤਨਾਮ। ਫੇਰ ਨਹੀਂ ਛੁੱਟਣਾ, ਫੇਰ ਮਾਂ ਮਾਤਾ ਪਿਤਾ ਬੱਚੇ ਭਾਈ ਇੱਕ ਕਿਸੇ ਨੇ ਬੇਲੀ ਨਹੀਂ ਹੋਣਾ। ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨੁਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਣ ਮਾਹੇ ਉਧਾਰੀ। ਅਨਕ ਪੁਣੇ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੇ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਐ ਮੇਰੇ ਮਨਾ ਰੱਬ ਤੇਰੇ ਸਾਥ ਰਹੇਗਾ ਤਾਂ ਤੂੰ ਭੀੜੀ ਗਲੀਆਂ ਥਾਂ ਨਿਕਲੇਗਾ, ਨਹੀਂ ਤਾਂ ਨਿਕਲ ਨਹੀਂ ਪਾਏਗਾ, ਔਖਾ ਹੋ ਕੇ ਖੱਪ ਖੱਪ ਮਰੇਗਾ। ਆਖੋ ਸਤਨਾਮ। ਐ ਗੁਰਸਿੱਖੋ ਜਨਮ ਮਰਨ ਭਾਉ ਕੱਟੀਏ, ਜਨ ਕਾ ਸ਼ਬਦ ਜਪ। ਆ ਜਿਹੜਾ ਸ਼ਬਦ ਹੈ ਨਾ, ਇਹ ਘੱਟ ਬੈਠੇ ਰੱਬ ਦਾ ਸਾਡੇ ਵਾਸਤੇ ਸ਼ਬਦ ਹੈ, ਇਹਨੂੰ ਰੋਜ਼ ਕਮਾਓ। ਮਹਾਰਾਜ ਕਹਿੰਦੇ ਭਾਈ ਜਦੋਂ ਤੁਸੀਂ ਇਸ ਸ਼ਬਦ ਨੂੰ ਕਮਾਓਗੇ, ਤੁਹਾਡਾ ਸ਼ਬਦ ਮਰੇਗਾ, ਰੱਬ ਦਾ ਸ਼ਬਦ ਤੁਹਾਡੇ ਵਿੱਚੋਂ ਪ੍ਰਗਟ ਹੋਏਗਾ। ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਮਹਾਰਾਜ ਕਹਿੰਦੇ ਸ਼ਬਦ ਮਰੇ ਸੋ ਮਰ ਰਹੇ, ਫਿਰ ਮਰੇ ਨਾ ਦੂਜੀ ਵਾਰ। ਸ਼ਬਦੇ ਹੀ ਤੇ ਪਾਈਏ ਹਰ ਨਾਮੈ ਲੱਗੈ ਪਿਆਰ, ਬਿਨ ਸ਼ਬਦੇ ਜਗ ਭੁੱਲਾ ਫਿਰੇ।
ਮਰ ਜਨਮੈ ਵਾਰੋ ਵਾਰ। ਯਾਦ ਰੱਖਿਓ, ਜੇ ਮੇਰੇ ਜਿਉਂਦਿਆਂ ਜੀ ਮੇਰਾ ਸ਼ਬਦ ਨਾ ਮਰਿਆ ਜੀ, ਇੱਥੇ ਆ ਕੇ ਮੈਂ ਰੱਬ ਦੇ ਅੱਗੇ ਰੱਬ ਨੂੰ ਆਪਣੇ ਸੰਦੇਸ਼ੇ ਦੇਣੇ ਛੱਡ ਦਿਆਂ, ਮੈਂ ਰੱਬ ਦਾ ਸੰਦੇਸ਼ਾ ਲੈਣਾ ਸਿੱਖਾਂ। ਆਖੋ ਸਤਨਾਮ। ਮੈਨੂੰ ਰੱਬ ਨੂੰ ਕਹਿਣ ਦੀ ਕੋਈ ਲੋੜ ਨਹੀਂ। ਜੋ ਕੁਛ ਪਾਇਆ ਸੋ ਏਕਾ ਵਾਰ, ਜੋ ਮੈਨੂੰ ਦੇਣਾ ਸੀ ਰੱਬ ਨੇ ਦੇਤਾ ਇੱਕ ਵਾਰ, ਜਿਸ ਵੇਲੇ ਮੈਂ ਜਨਮ ਲਿਆ। ਧਿਆਨ ਰੱਖਿਓ, ਜਿਸ ਵੇਲੇ ਮੈਂ ਉਸ ਲਾਇਕ ਹੋਊਂਗਾ ਮੈਨੂੰ ਮਿਲੂਗਾ, ਪਰ ਮੈਂ ਜੇ ਭੁੱਲਦਾ ਤੇ ਉਹਦਾ ਨਾਮ ਭੁੱਲਦਾ। ਆਖੋ ਸਤਨਾਮ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਜੇ ਤੁਹਾਡਾ ਮਨ ਰੱਬ ਦਾ ਨਾਮ ਨਹੀਂ ਨਾ ਜਪਦਾ ਤੇ ਸਮਝ ਲਿਓ ਅਸੀਂ ਕਲੇਸ਼ ਵਿੱਚ ਪਾ ਲਿਆ ਆਪਣਾ ਪਰਿਵਾਰ। ਆਖੋ ਸਤਨਾਮ। ਕਲੇਸ਼ ਵਿੱਚ ਪਾ ਲਿਆ। ਸੱਚੇ ਪਾਤਸ਼ਾਹ ਕਹਿੰਦੇ ਨਾਨਕ ਕਹਿ ਘਰ ਕੇਵਲ ਨਾਮ। ਇੱਥੇ ਰੱਬ ਦਾ ਹੁਕਮ ਬੂਝੋ। ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਕਹਿੰਦੇ ਅਬ ਆਵਨ ਜਾਣ ਰਹੇ, ਕਹਿੰਦੇ ਬਹੁਰ ਹਮ ਕਾਹੇ ਆਵੇਂਗੇ। ਆਵਨ ਜਾਣਾ ਹੁਕਮ ਤਸੇ ਕਾ ਹੁਕਮੇ ਬੁੱਝ ਸਮਾਵੇਂਗੇ। ਰੱਬ ਦੇ ਹੁਕਮ ਨੂੰ ਬੂਝੋ, ਰੀਅਲਾਈਜ਼ ਕਰੋ। ਡੋਂਟ ਫੋਰਗੇਟ ਹਿਮ ਇਨ ਦਿਸ ਵਰਲਡਲੀ ਅਫੇਅਰਸ। ਧਿਆਨ ਰੱਖਣਾ, ਦੁਨੀਆ ਦੇ ਚੱਕਰਾਂ ਵਿੱਚ ਰੱਬ ਨੂੰ ਭੁੱਲ ਨਾ ਜਾਇਓ। ਉਹ ਰੱਬ ਹੀ ਇਸ ਜੱਗ ਦਾ ਮਾਲਕ ਹੈ। ਜਿਸ ਵੇਲੇ ਜੱਗ ਨਹੀਂ ਸੀ ਤੇ ਰੱਬ ਸੀ, ਤੇ ਰੱਬ ਨੇ ਆਪਣੇ ਵਿੱਚੋਂ ਇਹ ਜੱਗ ਬਣਾਇਆ, ਤੇ ਹੁਣ ਰੱਬ ਜੱਗ ਦੇ ਵਿੱਚ ਵਸਦਾ ਹੈ। ਇਸ ਰੱਬ ਨੂੰ ਗਾਉਣਾ ਸਿੱਖੋ ਭਾਈ। ਜਹ ਜਹ ਪੇਖੋ ਤਹ ਹਜੂਰ, ਦੂਰ ਕਤੋ ਹੋਣਾ ਜਾਈ। ਰਵ ਰਿਹਾ ਸਰਬੱਤਰ ਮੈਂ, ਮਨ ਸਦਾ ਧਿਆਈ। Learn to address God within every human on this earth. When anyone does good, please express it to your God कि oh my God, it's you who is doing through him. आखो सतनाम। तू ही करदा है, तुझ बिन दूजा नहीं कोई, तुझ बिन दूजा नहीं कोई। तू करतार करे सो होए। आखो सतनाम। मैं जिथे देखना उत्थे तू नजर आना है। सब गोबिंद है, सब गोबिंद है, गोबिंद बिन नहीं कोई। कदों आएगी सानू अकल जी? कदों आएगी? कदों साडी सुरत घरे आएगी? ਆਪਾਂ ਵੱਡੇ ਵੱਡੇ ਵੱਡੇ, ਮੈਂ ਵੱਡਾ ਜੀ, ਮੈਂ ਵੱਡਾ ਜੀ, ਮੈਨੂੰ ਇਹਨੇ ਦੇਖਿਆ ਨਹੀਂ ਜੀ, ਮੈਨੂੰ ਫਤਿਹ ਨਹੀਂ ਬੁਲਾਇਆ, ਆਪਾਂ ਉਹ ਚੱਕਰਾਂ 'ਚ ਹੀ ਪੈ ਗਏ। ਐ ਗੁਰਸਿੱਖੋ, ਕਬੀਰ ਸਭ ਤੇ ਹਮ ਬੁਰੇ। ਕਹਿ ਦਿਓ ਕਬੀਰ ਸਭ ਤੇ ਹਮ ਬੁਰੇ। ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਮਾਨਿਆ ਮੀਤ ਹਮਾਰਾ ਸੋਏ। ਕਹਿੰਦੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਕਹਿੰਦੇ ਆਪਸ ਕੋ ਜੋ ਜਾਣੇ ਨੀਚਾ, ਕਹਿ ਦਿਓ ਫਿਰ ਅੱਗੇ, ਸੋ ਗਣੀਏ ਸਭ ਤੇ ਉੱਚਾ। ਮਨ ਨਹੀਂ ਮੰਨਦਾ। ਆਖੋ ਸਤਨਾਮ। ਮਨ ਨਹੀਂ ਮੰਨਦਾ। ਮਨ ਬਹੁਤ ਚੰਚਲ ਹੈ। ਇਸ ਨੂੰ ਮਨ ਨੂੰ ਸਮਝਾਓ ਭਾਈ ਰੇ, ਇਸ ਮਨ ਕੋ ਸਮਝਾਏ। ਇਹ ਮਨ ਆਨਸ ਕਿਆ ਕਰੇ, ਗੁਰਮੁਖ ਨਾਮ ਤੇ ਆਏ। ਪੜੋ ਇੱਕ ਵਾਰ, ਇਹ ਬਹੁਤ ਬੜਾ ਬੰਧਨ ਹੈ। ਮਹਾਰਾਜ ਕਹਿੰਦੇ ਭਾਈ ਬੰਧਨ ਖੋਲਣ ਸੰਤ, ਦੂਤ ਸਭ ਜਾਹੇ ਛਪ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਤੁਹਾਨੂੰ ਦੇਖ ਕੇ ਲੋਕਾਂ ਨੂੰ ਰੱਬ ਦਾ ਨਾਮ ਚੇਤੇ ਆ ਜੇ। ਸਾਨੂੰ ਤਾਂ ਦੇਖ ਕੇ ਅਸੀਂ ਤਾਂ ਲੋਕਾਂ ਨੂੰ ਰੱਬ ਦਾ ਨਾਮ ਭੁਲਾ ਦਿੰਦੇ ਹਾਂ। ਆਖੋ ਸਤਨਾਮ। ਹੈ ਨਾ, ਜਦੋਂ ਸਾਨੂੰ ਲੋਕ ਦੇਖਦੇ ਨੇ, ਤੁਹਾਨੂੰ ਪਤਾ ਮੈਂ ਕੀ ਕਰਕੇ ਆਇਆ ਜੀ, ਆ ਮੈਂ ਹੀ ਸੀ ਜੋ ਕਰਕੇ ਆਇਆ, ਰੱਬ ਦਾ ਹੀ ਨਾਮ ਭੁਲਾ ਦਿੰਦੇ ਹਾਂ। ਆਖੋ ਸਤਨਾਮ। ਸੋ ਆਓ ਅਗਲੇ ਸ਼ਬਦਾਂ ਦੀ ਪੰਕਤੀਆਂ ਨਾਲ ਦੀ ਨਾਲ ਪੜੋ ਤੇ ਨਾਲ ਸਮਾਪਤੀ ਹੈ ਜੀ। ਤਿਸ ਸਿਓ ਲਾਇਨ ਰੰਗ, ਜਿਸ ਦੀ ਸਭ ਤਾਰਿਆ। ਤਿਸ ਸਿਓ ਲਾਇਨ ਰੰਗ, ਜਿਸ ਦੀ ਸਭ ਤਾਰਿਆ। ਉੱਚੀ ਹੋਇ ਉੱਚਾ ਥਾਨ, ਅਗਮ ਅਪਾਰਿਆ। ਉੱਚੀ ਹੋਇ ਉੱਚਾ ਥਾਨ, ਅਗਮ ਅਪਾਰਿਆ। ਮਨ ਕੀ ਕਟਿਐ ਮੈਂ, ਸਾਧ ਸੰਗ ਉਠਿਆ। ਸੰਗ ਉਠਿਆ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ।
ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਤੇਰਿਆਂ ਭਗਤਾਂ ਡਿਠਿਆ ਤੇਰਿਆਂ ਭਗਤਾਂ ਡਿਠਿਆ ਤੇਰਿਆਂ ਆਓ ਭਗਤਾਂ ਡਿਠਿਆ ਆਨੰਦ ਸਾਹਿਬ ਦਾ ਪਾਠ ਹੋਏਗਾ, ਚੌਪਈ ਸਾਹਿਬ ਦਾ ਪਾਠ ਹੋਏਗਾ। ਸਾਰੀ ਸੰਗਤ ਨੂੰ ਹਾਂਜੀ ਠੀਕ। ਸੋ ਇੱਥੇ ਹੀ ਸਮਾਪਤੀ ਹੈ ਸਾਡੀ। ਗੁਰੂ ਮਹਾਰਾਜ ਜੀ ਦੇ ਦਰ ਦੇ ਉੱਤੇ ਜਿਤਨੇ ਵੀ ਹੁਣ ਦਿਨ ਹਨ ਜ਼ਰੂਰ ਆਇਓ। ਵੀ ਕੈਨ ਗੋ ਫਰਦਰ। ਆਪਾਂ ਹੋਰ ਡੈਪਥ ਵਿੱਚ ਜਾਣਾ ਹੈ। ਅੱਜ ਤਾਂ ਆਪਾਂ ਬਹੁਤ ਉੱਪਰ ਗੱਲਾਂ ਕੀਤੀਆਂ ਨੇ ਕੁਰਬਾਨੀ ਦੇ ਸ਼ਬਦਾਂ ਦੀਆਂ। ਜਦੋਂ ਆਪਾਂ ਇੰਨੀ ਗਹਿਰਾਈ ਵਿੱਚ ਜਾਵਾਂਗੇ, ਕਿਵੇਂ ਆਪਾਂ ਮਨ ਮਿਟੇਗਾ, ਕਿਵੇਂ ਅਸੀਂ ਰੱਬ ਵਾਂਗੂ ਦਿਖਾਂਗੇ, ਕੈਸੇ ਭਗਤ ਹੋਵਾਂਗੇ। ਭਗਤ ਤੇਰੇ ਮਨ ਭਾਵਦੇ ਦਰਸੋਂ ਹਨ ਕੀਰਤ ਕਾਮਦੇ, ਨਾਨਕ ਕਰਮਾ ਬਾਹਿਰੇ ਦਾ ਢੋਏ ਨਾ ਲੈਣੀ ਤਾਂ। ਸੋ ਇਤਨੇ ਸ਼ਬਦ ਪ੍ਰਵਾਨ ਕਰਿਓ ਜੀ। ਫਤਿਹ ਦਾ ਬਾਜਾ ਫਤਿਹ ਵਿੱਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਤਿਕਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਨੇ ਬੜੇ ਹੀ ਸਤਿਕਾਰ ਔਰ ਪਿਆਰ ਦੇ ਨਾਲ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨ ਦਾ ਬੜੇ ਤਰੀਕਿਆਂ ਦੇ ਨਾਲ ਇੱਕ ਜ਼ਰੀਆ, ਔਰ ਅਸੀਂ ਕੌਣ ਹਾਂ, ਅਸੀਂ ਉਹਦਾ ਹੀ, ਉਸ ਤੋਂ ਬਗੈਰ ਕੁਝ ਵੀ ਨਹੀਂ ਹਾਂ। ਸੋ ਇਹ ਯਾਦ ਕਰਾਇਆ ਹੈ। ਧੰਨਵਾਦ ਹੈ ਜੋ ਆਪਾਂ ਨੂੰ ਪੂਰਾ ਇੱਕ ਹੋਰ ਹਫ਼ਤੇ ਦਾ ਸਮਾਂ ਇਹਨਾਂ ਨੇ ਦਿੱਤਾ ਹੈ ਅਗਲੇ ਐਤਵਾਰ ਤੱਕ। ਔਰ ਨਾਲ ਹੀ ਅਤੀ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਧਨਵੰਤ ਸਿੰਘ ਜੀ, ਕੁਲਵੰਤ ਸਿੰਘ ਜੀ। ਸਮੁੱਚਾ ਜਥਾ ਬੜਾ ਹੀ ਰੰਗ ਭਰਿਆ ਹੈ ਨਾਲ ਕੀਰਤਨ ਦਾ, ਬਹੁਤ ਚੰਗਾ ਲੱਗਦਾ ਹੈ। ਗੁਰੂ ਪਿਆਰਿਓ, ਸਾਰਾ ਹਫ਼ਤਾ ਸ਼ਾਮ ਦੇ ਦੀਵਾਨਾਂ ਦੇ ਵਿੱਚ ਪਹੁੰਚਣ ਦਾ ਯਤਨ ਕਰੀਏ। ਆਪ ਸਾਧ ਸੰਗਤ ਵੀ ਲਾਹਾ ਲਓ, ਜਿਨ੍ਹਾਂ ਕੋਲ ਸਮਾਂ ਹੈ ਸਮੇਂ ਸਿਰ ਪਹੁੰਚੋ। ਇਹ ਸਬੱਬ ਕਦੀ ਕਦੀ ਬਣਦੇ ਹਨ। ਜ਼ਰੂਰ ਆਪਣੇ ਕੰਮਾਂ ਕਾਰਾਂ ਦੇ ਵਿੱਚੋਂ ਸਮਾਂ ਐਡਜਸਟ ਕਰਕੇ ਪੂਰਾ ਹਫ਼ਤਾ ਸ਼ਾਮ ਦੇ ਦੀਵਾਨ ਅਤੇ ਐਤਵਾਰ ਦੇ ਦਿਨ ਦਾ ਦੀਵਾਨ, ਉਸ ਦੇ ਵਿੱਚ ਆਪਾਂ ਲਾਹਾ ਲਈਏ। ਆਉਣ ਵਾਲੇ ਅਖੰਡ ਪਾਠ ਸਾਹਿਬ ਜੀ ਦਾ ਪ੍ਰੋਗਰਾਮ ਜੋ ਸ਼ੁੱਕਰਵਾਰ ਨੂੰ ਪ੍ਰਾਰੰਭ ਹੋਣਗੇ, ਬਲਵਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਅਤੇ ਸਮੁੱਚੇ ਪਰਿਵਾਰ ਵੱਲੋਂ ਸਮੁੱਚੀ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਤਿੰਨੇ ਹੀ ਦਿਨ ਹੁਮ ਕੇ ਆਉਣ ਵਾਸਤੇ, ਔਰ ਐਤਵਾਰ ਦੇ ਲੰਗਰਾਂ ਦੀ ਸੇਵਾ ਉਹਨਾਂ ਨੂੰ ਪ੍ਰਾਪਤ ਹੋਈ ਹੈ। ਔਰ ਅਗਲੇ ਹਫ਼ਤੇ ਗੁਰੂ ਪਿਆਰਿਓ, ਜੋ ਕਿ ਵੀਰਵਾਰ ਤੋਂ ਲੈ ਕੇ ਸ਼ਨੀਵਾਰ ਸ਼ਾਮ ਅਤੇ ਬਾਕੀ ਐਤਵਾਰ ਦੇ ਦਿਨ ਦਾ ਪ੍ਰੋਗਰਾਮ ਜੋ ਹੈ ਦਲ ਪੰਥ ਗੱਤਕਾ ਦਲ ਵੱਲੋਂ, ਇਹ ਬੜੇ ਚਿਰਾਂ ਤੋਂ ਉਲੀਕੇ ਗਏ ਸਨ, ਜੋ ਕਿ ਜਿੱਥੇ ਆਪਾਂ ਐਂਟਰ ਕਰੀ ਦੇ ਦਰਵਾਜ਼ੇ 'ਤੇ ਉੱਥੇ ਪੋਸਟਰ ਵੀ ਲੱਗੇ ਹੋਏ ਹਨ, ਜੋ ਕਿ 7ਵੇਂ ਅਤੇ 11ਵੇਂ ਮੁਖੀ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਸਮਰਪਿਤ ਇਹ ਬਰਸੀ ਜੋੜ ਮੇਲਾ ਜੋ ਕੀਤਾ ਜਾ ਰਿਹਾ ਹੈ। ਸੋ ਅਗਲੇ ਐਤਵਾਰ ਨੂੰ ਆਪਣੇ ਪਾਸ ਬਹੁਤ ਹੀ ਮਹਾਰਾਜ ਦੀ ਕਿਰਪਾ ਵਾਲੇ ਕੀਰਤਨੀਏ ਔਰ ਕਥਾਵਾਚਕ ਪਹੁੰਚ ਰਹੇ ਹਨ, ਜਿਨ੍ਹਾਂ ਦੇ ਵਿੱਚ ਗਿਆਨੀ ਸ਼ੇਰ ਸਿੰਘ ਜੀ, ਆਪ ਜਾਣਦੇ ਹੋ, ਗੱਤਕਾ ਦਲ ਪੰਥ ਦਲ ਦੇ ਬਹੁਤ ਉੱਘੇ ਉਹ ਪਿਆਰ ਵਾਲੇ ਸੱਜਣ ਹਨ। ਔਰ ਨਾਲ ਹੀ ਭਾਈ ਇੰਦਰਜੀਤ ਸਿੰਘ ਔਰ ਦੂਸਰਾ ਜਥਾ ਭਾਈ ਸੀਤਲ ਸਿੰਘ ਜੀ, ਇਹ ਸਾਰੇ ਹਜ਼ੂਰੀ ਰਾਗੀ ਜਥਾ ਸੱਚਖੰਡ ਦਰਬਾਰ ਸਾਹਿਬ ਤੋਂ ਇਹ ਜਥੇ ਪਹੁੰਚ ਰਹੇ ਹਨ। ਸੋ ਅਗਲੇ ਐਤਵਾਰ ਵਾਲੇ ਦਿਨ ਜੋ ਦਲ ਪੰਥ ਕੈਲੀਫੋਰਨੀਆ ਵੱਲੋਂ ਇਹ ਪ੍ਰੋਗਰਾਮ ਉਲੀਕੇ ਗਏ ਹਨ, ਉਸ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਵੀਰਵਾਰ ਤੋਂ ਲੈ ਕੇ ਸ਼ਨੀਵਾਰ ਸ਼ਾਮ ਤੱਕ ਚੱਲੇਗਾ। ਅਤੇ ਵਿਸ਼ੇਸ਼ ਤੌਰ 'ਤੇ ਐਤਵਾਰ ਦੇ ਦਿਨ ਦੇ ਪ੍ਰੋਗਰਾਮਾਂ ਦੇ ਵਿੱਚ ਆਪਣੇ ਪਾਸ ਇਹ ਜੋ ਜਥੇ ਹਨ, ਭਾਈ ਇੰਦਰਜੀਤ ਸਿੰਘ, ਭਾਈ ਸੀਤਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਅਤੇ ਗਿਆਨੀ ਸ਼ੇਰ ਸਿੰਘ ਜੀ ਵੀ ਪਹੁੰਚ ਰਹੇ ਹਨ। ਔਰ ਆਪਣੇ ਪਾਸ ਸੰਤ ਬਾਬਾ ਡਾਕਟਰ ਸਾਹਿਬ, ਜਿਨ੍ਹਾਂ ਨੇ ਹੁਣੇ ਆਪਾਂ ਨੂੰ ਕਥਾ ਸੁਣਾਈ ਹੈ,
ਡਾਕਟਰ ਈਸਰ ਸਿੰਘ ਜੀ ਦਮਦਮਾ ਸਾਹਿਬ, ਇਹ ਵੀ ਪੂਰਾ ਹਫਤਾ ਆਪਣੇ ਪਾਸ ਹਨ ਔਰ ਅਗਲੇ ਸੰਡੇ ਦੇ ਕੀਰਤਨ ਦੇ ਵਿੱਚ ਹਾਜ਼ਰੀ ਭਰਨਗੇ। ਗੁਰੂ ਪਿਆਰਿਓ, ਇਹ ਸਮਾਂ ਆਪਾਂ ਯਤਨ ਕਰੀਏ ਪਹੁੰਚਣ ਦਾ ਔਰ ਲਾਹਾ ਲਈਏ। ਜਿਸ ਤਰ੍ਹਾਂ ਦਾਸ ਨੇ ਅੱਗੇ ਬੇਨਤੀ ਕੀਤੀ ਸੀ ਕਿ 5 ਅਗਸਤ ਵਾਲਾ ਜੋ ਅਖੰਡ ਪਾਠ ਸਾਹਿਬ, ਉਸ ਦੀ ਬੁਕਿੰਗ ਅਜੇ ਤੱਕ ਜੇ ਕਿਸੇ ਨੇ ਲੈਣੀ ਹੋਵੇ ਕਰਵਾ ਸਕਦੇ ਹੋ। ਅਤੇ ਉਸ ਤੋਂ ਅਗਲੇ ਸਾਰੇ ਅਖੰਡ ਪਾਠ ਸਾਹਿਬ ਬੁੱਕ ਹੋ ਚੁੱਕੇ ਹਨ। ਅੱਗੇ ਤਰੀਕ ਮੇਰੇ ਕੋਲੋਂ 30 ਅਕਤੂਬਰ ਕਹਿ ਹੋ ਗਿਆ ਸੀ, ਐਕਚੁਅਲੀ ਉਹ 30 ਸਤੰਬਰ ਸੀਗਾ, 30 ਅਤੇ ਫਿਰ 1 ਅਤੇ 2 ਅਕਤੂਬਰ। ਸੋ 2 ਅਕਤੂਬਰ ਨੂੰ ਜੋ ਐਤਵਾਰ ਹੈ, ਇਸ ਤੋਂ ਬਾਅਦ ਉਹ ਅਖੰਡ ਪਾਠ ਸਾਹਿਬ ਵਾਲਾ ਵੀਕਐਂਡ ਜੋ ਹੈ ਅਵੇਲੇਬਲ ਹੈ। ਉਸ ਤੋਂ ਪਹਿਲਾਂ ਹੋਰ ਕੋਈ ਨਹੀਂ ਹੈ, ਸਿਰਫ ਇਹ ਅਗਸਤ 5 ਵਾਲਾ ਹੈ। ਕਿਸੇ ਨੇ ਲੈਣਾ ਹੋਵੇ ਤਾਂ ਆਪ ਜੀ ਜ਼ਰੂਰ ਲਓ। ਸੋ ਗੁਰੂ ਪਿਆਰਿਓ, ਇਹ ਜੋ ਆਉਣ ਵਾਲੇ ਪ੍ਰੋਗਰਾਮ ਇਹ ਪੂਰਾ ਹਫਤਾ ਹੀ ਚੱਲਣਾ ਹੈ। ਸੋ ਇਸ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਸ਼ਮੂਲੀਅਤ ਕਰਨੀ ਹੈ। ਆਪ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਆਪ ਸਹਿਯੋਗ ਦਿੰਦੇ ਹੋ। ਔਰ ਜੋ ਇੱਥੇ ਕੰਸਟਰਕਸ਼ਨ ਦੇ ਕੰਮ ਚੱਲਦੇ ਹਨ, ਜੋ ਕਿ ਪਰਲੇ ਪਾਸੇ ਆਪਣਾ ਚਰਚ ਦੇ ਨਾਲ ਵਾਲੀ ਕੰਧ ਬਣਨੀ ਹੈ ਪਾਰਕਿੰਗ ਲਾਟ ਦੀ, ਉਸ ਦੇ ਜੋ ਪਿਲਰਸ ਦੀ ਉਹ ਸਾਰਾ ਕੰਮ ਹੋ ਚੁੱਕਾ ਹੈ। ਤਕਰੀਬਨ ਕੰਧ ਦੀ ਸ਼ੁਰੂਆਤ ਹੋ ਚੁੱਕੀ ਹੈ। ਔਰ ਆਪ ਸਾਰਿਆਂ ਦਾ ਧੰਨਵਾਦ ਇਸ ਕਰਕੇ ਕਰਨਾ ਚਾਹੁੰਦੇ ਹਾਂ ਕਿ ਜਦੋਂ ਵੀ ਅਸੀਂ ਆਪ ਜੀ ਪਾਸ ਜਾਂਦੇ ਹਾਂ ਗ੍ਰਾਈ ਵਾਸਤੇ, ਆਪ ਬੜੇ ਹੀ ਪਿਆਰ ਔਰ ਸਤਿਕਾਰ ਦੇ ਨਾਲ ਇਹ ਜੋ ਗੁਰੂ ਘਰ ਦੇ ਕੰਮ ਚੱਲ ਰਹੇ ਹਨ ਉਸ ਦੇ ਵਿੱਚ ਹਿੱਸਾ ਪਾਉਂਦੇ ਹੋ। ਇਹ ਸਾਰਾ ਆਪ ਸਾਰਿਆਂ ਦੀ ਬਦੌਲਤ ਹੈ ਗੁਰੂ ਪਿਆਰਿਓ। ਇਹ ਗੁਰੂ ਘਰ ਦੇ ਮਹਿਲ, ਬਿਲਡਿੰਗਾਂ, ਆਪਣਾ ਆਉਣ ਵਾਲਾ ਗੁਰਸਿੱਖੀ ਦਾ ਭਵਿੱਖ ਇਸ ਦੇ ਉੱਤੇ ਡਿਪੈਂਡ ਕਰਦਾ ਹੈ। ਇਹ ਨੀਹਾਂ ਆਪ ਜੀ ਬਣਵਾ ਰਹੇ ਹੋ। ਸੋ ਆਪ ਜੀ ਦੇ ਸਹਿਯੋਗ ਦਾ ਬਹੁਤ ਧੰਨਵਾਦ। ਔਰ ਅਜੇ ਇਹ ਕੰਮ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹੇਗਾ। ਆਸਰਾ ਮਹਾਰਾਜ ਜੀ ਦਾ ਹੈ, ਸਤਿਗੁਰ ਆਪ ਵਿੱਚ ਵਰਤਦੇ ਹਨ ਕਿ ਜੋ ਇਹ ਜਿੱਥੋਂ ਤੱਕ ਕੰਮ ਪਹੁੰਚਾ ਹੈ ਇਹ ਸਾਰਾ ਗੁਰੂ ਮਹਾਰਾਜ ਦੀ ਕਿਰਪਾ ਔਰ ਆਪ ਜੀ ਦੇ ਸਹਿਯੋਗ ਨਾਲ ਹੈ। ਸੋ ਮੈਂ ਹੁਣ ਬੇਨਤੀ ਕਰਾਂ ਆਪਣੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਹਾਜ਼ਰੀ ਭਰਨਗੇ ਅਤੇ ਜੋ ਸੰਗਤ ਥੱਲੇ ਲੰਗਰ ਛਕ ਚੁੱਕੀ ਹੈ, ਬੇਨਤੀ ਹੈ ਪਹੁੰਚੋ। ਗੁਰੂ ਦੀਆਂ ਕਥਾ ਕਹਾਣੀਆਂ, ਗੁਰਮੀਤ ਸੁਣਾਈਆਂ ਆਪਾਂ ਉਹਨਾਂ ਪਾਸੋਂ ਕੁਝ ਸਮੇਂ ਵਾਸਤੇ ਮਹਾਰਾਜ ਜੀ ਔਰ ਜੋ ਅੱਜ ਦਾ ਦਿਨ ਹੈ ਸ਼ਹੀਦ ਭਾਈ ਤਾਰੂ ਸਿੰਘ ਜੀ, ਉਹਨਾਂ ਦੀ ਯਾਦ ਬੜੇ ਹੀ ਪਿਆਰ ਦੇ ਨਾਲ, ਉਹਨਾਂ ਦੀ ਸ਼ਹਾਦਤ ਦਾ ਦਿਨ ਹੈ, ਉਹ ਵੀ ਵਿਚਾਰਾਂ ਆਪਾਂ ਉਹਨਾਂ ਪਾਸੋਂ ਸਰਵਣ ਕਰਾਂਗੇ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦਾਸ ਤੋਂ ਬੋਲਦੇ ਸਮੇਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਸਾਧ ਸੰਗਤ ਗੁਰੂ ਸਾਹਿਬ ਬਖਸ਼ਣਯੋਗ ਹਨ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤ